रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। 21 ਮਾਰਚ 2022 ਦੀ ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਆਪ ਸਭ ਲਈ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜੋ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ। स्वागत करते हैं डॉक्टर पुरेवाल जी का। डॉक्टर साहब स्वागत है जी तुहाडा प्रोग्राम च। गुड मॉर्निंग। गुड मॉर्निंग डॉक्टर साहब, गलबात का सिलसिला शुरू करते हैं। अज आपां मिसिसागा की एक खबर तो एक मस्जिद दे विच बहुत ही मंदभागी घटना वापरी है। सब तो पहले तो अपने श्रोतियां नूं उस घटना बारे दसो ते यह भी कहा जा रहा है कि शायद इसका संबंध हेट क्राइम दे नाल है। ਉਹਦੇ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਪੁਲਿਸ ਨੇ, ਪਰ ਇਸਲਾਮਿਕ ਸੈਂਟਰ ਹੈ ਮਿਸਿਸਾਗਾ ਦੇ ਵਿੱਚ। ਉੱਥੇ ਮਿਸਿਸਾਗਾ ਤੇ ਬਰੈਂਪਟਨ ਜਿਹੜੀਆਂ ਨਾਲ ਹੀ ਸ਼ਹਿਰ ਲੱਗਦੇ ਨੇ, ਉਹਨਾਂ ਦੇ ਵਿੱਚ ਇੱਕ ਵਿਅਕਤੀ ਵੜਿਆ, ਉਹਨੇ ਬੇਅਰ ਸਪਰੇ ਕੀਤਾ ਉੱਥੇ। ਅੱਛਾ, ਬੇਅਰ ਸਪਰੇ ਜਿਹੜਾ ਵੈਸੇ ਤਾਂ ਰਿਸ਼ਾਂ ਲਈ ਆ, ਇਹ ਬੜਾ ਜਿਹਦਾ ਤੁਹਾਡੇ ਅੱਖਾਂ ਦੇ ਵਿੱਚ ਕਿਸੇ ਨੇ ਮਿਰਚਾਂ ਪਾਤੀਆਂ ਹੋਣ ਇਦਾਂ ਲੱਗਦਾ ਉਹ। ਹਾਂਜੀ। ਸੋ ਵੈਸੇ ਜੇ ਔਰਤਾਂ ਸੁਣਦੀਆਂ ਹੋਣਗੀਆਂ, ਉਹਨਾਂ ਨੂੰ ਸੇਫਟੀ ਲਈ ਆਪਣੇ ਕੋਲ ਰੱਖਣਾ ਵੀ ਚਾਹੀਦਾ ਹੈ। ਹਾਂਜੀ, ਇਹ ਰਿਕਮੈਂਡ ਕਰਦੇ ਆ ਸਿਕਿਉਰਿਟੀ ਵਾਲੇ ਕਿ ਕਿਤੇ ਤੁਹਾਨੂੰ ਲੋੜ ਪਵੇ ਤਾਂ ਆਪਣੇ ਪਰਸ 'ਚ ਰੱਖੋ। ਔਰ ਬੇਅਰ ਸਪਰੇ ਇੱਥੇ ਕੈਨੇਡੀਅਨ ਟਾਇਰ ਵਗੈਰਾ ਤੋਂ ਮਿਲ ਜਾਂਦਾ ਜੀ, ਤੇ ਉਹ ਵੈਸੇ ਤੁਹਾਡਾ ਨਾਂ ਲੈਂਦੇ ਨੇ, ID ਲੈਂਦੇ ਨੇ, ਇਹ ਵੈਸੇ ਹੀ ਨਹੀਂ ਮਿਲਦਾ। ਹਾਂਜੀ, ਇਹ ਰਿਕਾਰਡ ਕਰਦੇ ਨੇ ਉਹ। ਹਾਂਜੀ। ਤਾਂ ਦੂਸਰੀਆਂ ਦੋ ਘਟਨਾਵਾਂ ਇੱਥੇ BC ਦੇ ਵਿੱਚ ਹੀ ਹੋਈਆਂ। ਇੱਕ ਸਕਾਈ ਮਾਲਟ ਸਾਡਾ ਪੈਸੀਫਿਕ ਕਮਾਂਡ ਸੈਂਟਰ ਆ ਨੇਵਲ ਫੋਰਸ ਦਾ, ਉੱਥੇ ਟ੍ਰੇਨਿੰਗ ਵਾਲੇ ਜਿਹੜੇ ਕੈਡੈਟਸ ਸੀਗੇ ਉਹ ਚਾਰਜਸ ਲਾ ਰਹੇ ਰੇਸਿਜ਼ਮ ਦੇ ਤੇ ਸੈਕਸਿਜ਼ਮ ਦੇ। ਇਹ ਕੋਈ ਨਵੀਂ ਗੱਲ ਨਹੀਂ ਹੈ, ਕੈਨੇਡੀਅਨ ਮਿਲਟਰੀ ਦੇ ਵਿੱਚ ਇਹ ਹੁੰਦੀਆਂ ਹੀ ਰਹੀਆਂ। ਔਰ ਹੁਣ ਜਾਏ ਮਿਨਿਸਟਰ ਆਨੰਦ ਨੇ ਇਹ ਵੀ ਕਿਹਾ ਸੀ ਕਿ ਇਹ ਨਹੀਂ ਹੋਣਗੀਆਂ, ਫਿਊਚਰ ਦੇ ਵਿੱਚ ਅਸੀਂ ਦੇਖਾਂਗੇ ਇਹਨਾਂ ਨੂੰ। ਪਰ ਉਹੀ ਕੁਛ ਚੱਲੀ ਜਾਂਦਾ, ਕੁਛ ਨਹੀਂ ਹੁੰਦਾ। ਜਦੋਂ ਵੀ ਕੋਈ ਥੋੜੀ ਬਹੁਤੀ ਇਨਵੈਸਟੀਗੇਸ਼ਨ ਕਰਦੇ, ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਆ। ਹਾਂਜੀ, ਜਦੋਂ ਕੋਈ ਇਨਸੀਡੈਂਟ ਹੁੰਦੀ ਆ ਉਦੋਂ ਤਾਂ ਇਹ ਬਹੁਤ ਸਾਰੀਆਂ ਨਵੇਂ ਰੂਲਸ ਲੈ ਕੇ ਆਉਂਦੇ ਆ, ਰੈਗੂਲੇਸ਼ਨਸ ਲੈ ਕੇ ਆਉਂਦੇ ਆ, ਬਹੁਤ ਰੌਲਾ ਪਾਉਂਦੇ ਆ ਸੋਸ਼ਲ ਮੀਡੀਆ ਤੇ ਜਾ। ਪਰ ਜਦੋਂ ਇਨਵੈਸਟੀਗੇਸ਼ਨ ਕਰਾਉਣੀ ਆ ਫਿਰ ਇਹ ਹੁੰਦਾ ਕਿ ਜਿਹੜਾ ਗੰਦ ਆ ਉਹਨੂੰ ਥੱਲੇ ਪਿਆ ਰਹਿਣ ਦਿਓ, ਉਹਦੀਆਂ ਜੜ੍ਹਾਂ ਤਾਂ ਹੀ ਨਹੀਂ ਜਾਣਾ ਜੀ, ਤੇ ਉਹਦੇ ਉੱਤੇ ਚਾਦਰ ਪਾ ਦੇਣੀ ਹੈ ਚਿੱਟੀ। ਤੇ ਦੂਸਰਾ ਇੱਕ ਸਾਡੇ ਹਾਕੀ ਪਲੇਅਰ ਸੀ ਕੂਟਨੀ ਤੋਂ ਸ਼ਹਿਰ ਤੋਂ, ਉਹ ਕਾਲਾ ਆ, ਉਹ ਹਾਕੀ ਪਲੇਅਰ ਨੂੰ ਉਹ ਕਹਿੰਦਾ ਕਿ ਮੈਨੂੰ ਨਸਲੀ ਸ਼ਬਦ ਬੋਲੇ ਗਏ। ਹਾਂਜੀ। ਤੇ BC 'ਚ ਵੈਸੇ ਵੀ ਇਹਨਾਂ ਦੀ ਜਿਹੜੀ ਕਾਨੂੰਨ ਆ ਇਹ ਹੀ ਆ ਕਿ ਅੰਕੜੇ ਇਕੱਠੇ ਕਰਦੇ ਆ। ਅੰਕੜੇ ਇਕੱਠੇ ਕਰਨ ਨੂੰ ਇੱਕ ਲਾਈ ਆ ਪਾਰਲੀਮੈਂਟਰੀ ਸੈਕਟਰੀ, ਉਹਦੇ 2 ਅੰਕੜੇ ਤਾਂ ਮਤਲਬ ਅਖਬਾਰਾਂ 'ਚ ਹੀ ਆ ਗਏ। ਬਾਕੀ ਪਤਾ ਨਹੀਂ ਕਿੰਨੇ ਪੁਲਿਸ ਦੇ ਕੋਲ ਹੋਣੇ ਆ ਇੱਥੇ। ਔਰ ਇਸਲਾਮਿਕ ਸੈਂਟਰ ਵਾਲਾ ਇਹ ਸੀਰੀਅਸ ਹੈ ਕਿਉਂਕਿ ਮੁਸਲਮਾਨ ਭਾਈਚਾਰਾ ਖਾਸ ਤੌਰ ਤੇ 9/11 ਦੀਆਂ ਘਟਨਾਵਾਂ ਤੋਂ ਬਾਅਦ ਬਹੁਤ ਟਾਰਗੇਟ ਬਣਿਆ ਰੇਸਿਜ਼ਮ ਦਾ ਇੱਥੇ। ਇੱਕ ਹੁਣੇ ਹੀ ਰਿਪੋਰਟ ਆਈ ਹੈ ਪਿਛਲੇ 5 ਸਾਲਾਂ ਦੀ, ਉਹ ਹੈਗੀ ਹੈ 2016 ਤੋਂ 2021 ਤਾਈਂ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਹੈ ਪੰਜਾਂ ਦੀ। G7 ਤੇ ਆ ਉਹ। G7 ਉਹਨਾਂ ਨੂੰ ਕਹਿੰਦੇ, ਜਿਹੜੀਆਂ ਗ੍ਰੇਟ 7 ਇਕੋਨਮੀਜ਼ ਆਪਣੇ ਆਪ ਨੂੰ ਕਹਿੰਦੀਆਂ। ਉਹਨਾਂ ਦੇ ਵਿੱਚ ਕੈਨੇਡਾ ਵੀ ਆ, ਪਰ ਕੈਨੇਡਾ ਗ੍ਰੇਟ 7 ਦੇ ਵਿੱਚ ਉਹਦਾ ਹੈ ਨਹੀਂ ਗਾ, ਵੀ ਟੋਟਲੀ ਹੈ ਨਹੀਂ, ਕਿਉਂਕਿ ਚਾਈਨਾ, ਇੰਡੀਆ, ਬ੍ਰਾਜ਼ੀਲ ਵਗੈਰਾ ਇਦੋਂ ਵੱਡੀਆਂ ਇਕੋਨਮੀਜ਼ ਨੇ। ਪਰ ਇਹ ਅਮਰੀਕਾ ਨੇ ਇਹਨਾਂ ਨੂੰ ਨਾਲ ਲਾਇਆ ਆ, ਇਸ ਕਰਕੇ G7 ਦੇ ਵਿੱਚ ਇਹ ਵੀ ਆਉਂਦੇ ਨੇ। G7 'ਚ ਹੋਰ ਮੁਲਕ ਕੈਨੇਡਾ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਇਟਲੀ ਤੇ ਜਾਪਾਨ ਆਉਂਦੇ ਆ। ਉਹਨਾਂ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਕਿ ਸਟੱਡੀ ਨੇ ਕਿ ਇਹਨਾਂ 7 ਮੁਲਕਾਂ ਦੇ ਵਿੱਚੋਂ ਸਭ ਤੋਂ ਵੱਧ ਨਸਲਵਾਦ ਜੇ ਮੁਸਲਮਾਨ ਭਾਈਚਾਰੇ ਨਾਲ ਹੁੰਦਾ ਤਾਂ ਕੈਨੇਡਾ 'ਚ ਹੁੰਦਾ ਜੀ। ਇਹ ਮਤਲਬ ਡਿਸਟਿੰਕਸ਼ਨ ਹੈ, ਇਹਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਹੈ, ਕਿਉਂਕਿ ਸਾਡੇ ਇੱਥੇ ਕਿਦਾਂ ਹੀ ਚੱਲ ਗਿਆ ਕਿ ਹੁਣ ਲੋਕਾਂ ਦੇ ਵਿੱਚੋਂ ਜਾਂ ਤਾਂ ਫਾਈਟਿੰਗ ਸਪਿਰਿਟ ਖਤਮ ਹੋ ਗਿਆ, ਜਾਂ ਸਾਡੇ ਲੋਕਾਂ ਨੇ ਬੰਦੇ ਹੀ ਉਹ ਚੁਣਨੇ ਸ਼ੁਰੂ ਕੀਤੇ ਜਿਨ੍ਹਾਂ ਨੇ ਮੂੰਹ ਬੰਦ ਕਰਕੇ ਰੱਖਣਾ ਹੁੰਦਾ। ਵੀ 5 ਸਾਲਾਂ ਵਿੱਚ ਦੇਖ ਲਓ ਸੁੱਚਾ ਹੀ ਮੂੰਹ ਲੈ ਕੇ ਆ ਗਏ ਅਸੀਂ।
ਕੋਈ ਗੱਲ ਕਰਨ ਵਾਲਾ ਨਹੀਂ, ਨਾ ਪ੍ਰੋਵਿੰਸ਼ੀਅਲ ਪੱਧਰ ਤੇ, ਨਾ ਲੋਕਲ ਪੱਧਰ ਤੇ, ਨਾ ਫੈਡਰਲ ਪੱਧਰ ਤੇ। ਹਾਂ, ਇਹ ਰੌਲਾ ਜ਼ਰੂਰ ਇਹਨਾਂ ਨੇ ਪਾਇਆ, ਇਸਲਾਮੋਫੋਬੀਆ ਤੇ ਇੱਕ ਲੈਜਿਸਲੇਸ਼ਨ ਪਾਸ ਕੀਤੀ ਸੀ, ਕਾਨੂੰਨ ਪਾਸ ਕੀਤਾ ਸੀ। ਉਹਨਾਂ ਇਹ ਦੱਸਣ ਲਈ ਵੀ ਅਸੀਂ ਕਾਨੂੰਨ ਪਾਸ ਕਰੀ ਜਾਂਦੇ, ਜਿੱਦਾਂ BC ਵਾਲਿਆਂ ਨੇ ਕੀਤਾ ਹੈ ਕਿ ਅਸੀਂ ਅੰਕੜਿਆਂ ਵਾਲਾ ਕਾਨੂੰਨ ਪਾਸ ਕਰ ਲਿਆ ਕਿ ਰੇਸਿਜ਼ਮ ਜਿੰਨਾ ਹੁੰਦਾ ਅਸੀਂ ਉਹ ਤੁਹਾਨੂੰ ਅੰਕੜੇ ਦੱਸ ਦਿਆ ਕਰਾਂਗੇ ਅਖੀਰ ਤੇ ਜਾ ਕੇ ਕਿ ਤੁਹਾਡੇ ਕਿੰਨਾ ਨਸਲਵਾਦ ਹੋਇਆ, ਤੇ ਉਹਨੂੰ ਰੋਕਥਾਮ ਕਿੱਦਾਂ ਕਰਨੀ ਆ, ਕੀ ਉਹਦੀਆਂ ਜੜ੍ਹਾਂ ਤਾਈਂ ਕਿੱਦਾਂ ਪਹੁੰਚਣਾ। ਨਾ ਉਹ ਫੈਡਰਲ ਸਰਕਾਰ ਨੇ, ਤੁਸੀਂ ਦੇਖੋ 7 ਮੁਲਕਾਂ ਦੇ ਵਿੱਚੋਂ ਜੇ ਤੁਹਾਡਾ ਨੰਬਰ 1 ਆਉਂਦਾ ਆ, ਬਲੂਮਬਰਗ ਨੇ ਪਿਛਲੇ ਸਾਲ ਦੀ ਰਿਪੋਰਟ ਦੇ ਹਿਸਾਬ ਨਾਲ ਕਿਹਾ ਸੀ ਕਿ ਵੈਨਕੂਵਰ ਹੇਟ ਕ੍ਰਾਈਮ ਦੀ ਕੈਪੀਟਲ ਆ। ਹਾਂਜੀ, ਨਫ਼ਰਤ ਭਰੇ ਜਿਹੜੇ ਅਪਰਾਧ ਹੁੰਦੇ ਆ ਉਹ ਸਭ ਤੋਂ ਜ਼ਿਆਦਾ ਵੈਨਕੂਵਰ 'ਚ ਹੁੰਦੇ। ਦੇਖ ਲਓ ਇੱਥੇ ਨਾਰਥ ਅਮਰੀਕਾ ਦੀਆਂ ਕਿੰਨੀਆਂ ਕੈਪੀਟਲਸ ਆ, ਨਿਊਯਾਰਕ ਆ ਵੱਡਾ ਸ਼ਹਿਰ ਜਿੱਥੇ ਕਾਲਿਆਂ ਦੇ ਨਾਲ ਬਹੁਤ ਰੇਸਿਜ਼ਮ ਹੁੰਦਾ, ਸ਼ਿਕਾਗੋ ਦੇ ਵਿੱਚ ਬੜਾ ਹੁੰਦਾ, ਲਾਸ ਐਂਜਲਸ ਬੜਾ ਹੁੰਦਾ, ਪਰ ਉਹਨਾਂ ਦੇ ਨੂੰ ਵੀ ਮਾਤ ਪਾ ਗਏ ਵੈਨਕੂਵਰ ਵਾਲੇ। ਇਹਨਾਂ ਦੀ NDP ਸਰਕਾਰ ਇੱਥੇ ਖਾਸ NDP ਦਾ ਹੀ ਮੇਅਰ ਆ ਉੱਥੇ, ਮਤਲਬ ਇਹ ਚੈਂਪੀਅਨ ਬਣ ਚੁੱਕੇ ਆ ਇਸ ਗੱਲ ਤੇ, ਨਸਲਵਾਦ ਤੇ ਬਾਕੀ ਇਹ ਆ ਵੀ ਆਪਣੇ ਆਪ ਬੋਲਦੇ ਨਹੀਂ ਕਦੇ। ਇਹ ਵੱਡੀ ਗੱਲ ਹੁਣ ਸਾਰੇ, ਚਾਹੇ ਲੋਕਲ ਪੱਧਰ ਤੇ, ਚਾਹੇ ਲੋਕ ਵੀ ਨਹੀਂ ਬੋਲਦੇ, ਲੋਕਾਂ ਦੀ ਵੀ ਕੋਈ ਜਥੇਬੰਦੀ ਨਹੀਂ ਜਿਹੜੀ ਕੋਈ ਡੈਮੋਨਸਟ੍ਰੇਸ਼ਨ ਕਰੇ। ਹੁਣ ਇੱਥੋਂ ਤੱਕ ਆ ਚੁੱਕੀ ਗੱਲ ਕਿ ਜਿੰਨਾ ਚਿਰ ਮੇਰੇ ਤੇ ਨਹੀਂ ਹੁੰਦਾ ਨਾ ਉਹਨਾਂ ਚਿਰ ਮੈਂ ਮੂੰਹ ਨਹੀਂ ਖੋਲਣਾ। ਉਦੋਂ ਮੂੰਹ ਖੋਲਣਾ ਜਦੋਂ ਮੇਰੇ ਤੇ ਕਿਸੇ ਨੇ ਇੱਟ ਮਾਰਤੀ, ਤੇ ਉਹਨਾਂ ਨੂੰ ਵੀ ਸ਼ਾਇਦ ਰੇਸਿਸਟ ਬੰਦਿਆਂ ਨੂੰ ਵੀ ਪਤਾ ਹੈ ਕਿ ਹੁਣ ਬੋਲਣ ਵਾਲਾ ਕੋਈ ਨਹੀਂ ਹੈ, ਕਿ ਹੁਣ ਜਿੰਨਾ ਮਰਜ਼ੀ ਅਸੀਂ ਤਸ਼ੱਦਦ ਕਰੀਏ, ਜਿੰਨਾ ਮਰਜ਼ੀ ਅਸੀਂ ਰੇਸਿਜ਼ਮ ਕਰੀਏ, ਇਹਦੀਆਂ ਜੜ੍ਹਾਂ ਹੈਗੀਆਂ ਰੇਸਿਜ਼ਮ ਦੀਆਂ। ਇੱਕ ਤਾਂ ਕਲੋਨੀਅਲਿਜ਼ਮ ਦੇ ਵਿੱਚ ਆ ਸਿੱਧਾ ਹੀ, ਕਿ ਕੁਛ ਇੱਕ ਦੇਸ਼ਾਂ ਨੇ ਕੰਟਰੋਲ ਕੀਤਾ ਏਸ਼ੀਆ, ਅਫਰੀਕਾ, ਲੈਟਿਨ ਅਮਰੀਕਾ 'ਚ ਖਾਸ ਤੌਰ ਤੇ, ਔਰ ਉਹਨਾਂ ਦੇ ਜਿਹੜਾ ਕੰਟਰੋਲ ਕਰਨ ਵਾਲਾ ਗਰੁੱਪ ਸੀ ਉਹ ਤਾਂ ਸਾਰੇ ਮਤਲਬ ਵਰਕਿੰਗ ਕਲਾਸ ਨਹੀਂ ਸੀ ਇਹਨਾਂ ਦਾ ਤਾਂ ਬਿਲਕੁਲ ਛੋਟਾ ਜਿਹਾ ਹਿੱਸਾ ਸੀ ਜਿਹੜਾ ਕੰਟਰੋਲ ਕਰਦਾ ਸੀ। ਪਰ ਉਹਨਾਂ ਨੇ ਸਾਈਕੋਲੋਜੀਕਲੀ ਇਹ ਬਣਾਤਾ ਕਿ ਅਸੀਂ ਸਾਰੇ ਹੀ ਉਹਨਾਂ ਨੂੰ ਕੰਟਰੋਲ ਕਰਦੇ ਹਾਂ। ਹਾਲਾਂਕਿ ਜਿਹੜੇ ਬ੍ਰਿਟਿਸ਼ ਬੰਦੇ ਵੀ ਜਾ ਕੇ ਲੜਦੇ ਸੀ ਉੱਥੇ, ਇੰਡੀਆ ਦੇ ਵਿੱਚ ਵੀ ਲੜੇ ਹੋਣੇ ਆ, ਅਫਰੀਕਾ ਦੇ ਵਿੱਚ ਲੜੇ ਆ, ਬਹੁਤੇ ਤਾਂ ਮਰ ਨਹੀਂ ਗਏ, ਕਈ ਤਾਂ ਮੱਛਰ ਨਾਲ ਹੀ ਮਰ ਗਏ ਉੱਥੇ। ਜਿਹੜੇ ਐਸ਼ ਪ੍ਰਸਤੀ ਕਰਨ ਗਏ ਆ ਉਹ ਤਾਂ ਅਪਰ ਕਰਾਸਟ ਗਿਆ ਇਹਨਾਂ ਚੋਂ, ਜਿਹੜੇ ਹੁਣ ਵੀ ਇੱਥੇ ਰਾਜ ਕਰਦੇ ਆ। ਇਹ ਭੁਲੇਖਾ ਹੀ ਆ ਇਹਨਾਂ ਨੂੰ ਕਿ ਜਿਹੜੇ ਥੱਲੇ ਵਾਲੇ ਬੰਦੇ ਆ, ਟ੍ਰੇਲਰ ਟ੍ਰੈਸ਼ ਜਿਹਨਾਂ ਨੂੰ ਕਿਹਾ ਜਾਂਦਾ, ਵੀ ਇਹ ਵੀ ਬੰਦੇ ਰਾਜ ਕਰਦੇ ਸੀ ਉੱਥੇ। ਰਾਜ ਕਰਨ ਵਾਲੇ ਇਹਨਾਂ ਦੇ ਵੀ ਅਪਰ ਕਾਸਟ ਹੀ ਸੀ, ਅਪਰ ਕਲਾਸ ਕਹਿ ਲਓ ਉਹਨਾਂ ਨੂੰ, ਜਿਹੜਾ ਕ੍ਰਸਟ ਸੀ, ਐਲੀਟ ਜਿਹਨੂੰ ਕਹਿੰਦੇ ਅਸੀਂ, ਉਹ ਗਏ ਸੀ ਉੱਥੇ। ਔਰ ਹੱਦ ਇਸ ਗੱਲ ਦੀ ਆ ਕਿ ਹੁਣ ਇੱਥੇ ਰੇਸਿਜ਼ਮ ਦੇ ਖਿਲਾਫ ਨਹੀਂ ਬੋਲਦਾ। ਇਹ ਗੱਲ ਸਮਝ 'ਚ ਆ ਜਾਂਦੀ ਕਿ ਜੇ 35 ਕਰੋੜ ਲੋਕਾਂ ਨੂੰ 69,000 ਬ੍ਰਿਟਿਸ਼ ਅੰਗਰੇਜ਼ ਜਿਹੜੇ ਆ ਕੰਟਰੋਲ ਕਰਦੇ ਸੀ, 1947 'ਚ 69,000 ਬੰਦਾ ਛੱਡ ਕੇ ਆਇਆ ਉੱਥੋਂ ਇੰਡੀਆ ਤੋਂ, ਉੱਥੇ 2-3 ਮੁਲਕ ਬਣਾ ਕੇ ਆ ਗਏ, ਤੇ ਹਜ਼ਾਰਾਂ ਲੱਖਾਂ 10 ਲੱਖ ਬੰਦਾ ਤਾਂ ਸਾਡੇ ਪੰਜਾਬ ਦੇ ਵਿੱਚ ਹੀ ਸ਼ਿਕਾਰ ਹੋਇਆ ਇਹਦਾ, ਜਿਹੜਾ ਬਟਵਾਰਾ ਹੋਇਆ। ਤੇ ਦੇਖੋ ਤੁਸੀਂ ਕਿ 69,000 ਬੰਦਾ 35 ਕਰੋੜ ਲੋਕਾਂ ਨੂੰ ਕੰਟਰੋਲ ਕਰ ਰਿਹਾ ਸੀ। ਸੋ ਇਹ ਵੱਡੀ ਗੱਲ ਨਹੀਂ ਕਿ ਇੱਥੇ, ਕਿਉਂਕਿ ਇੱਥੇ ਤਾਂ 70% ਹੈ ਕੈਨੇਡਾ ਦੇ ਵਿੱਚ, 30% ਜਿਹੜੇ ਆ ਫਰਸਟ ਨੇਸ਼ਨਸ ਤੇ ਹੋਰ ਗੈਰ ਗੋਰੇ ਜਿਹੜੇ ਲੋਕ ਤੁਸੀਂ ਕਹਿ ਸਕਦੇ ਗੈਰ ਯੂਰਪੀਅਨ ਲੋਕ ਨੇ, ਉਹ ਨੇ। ਸੋ 70% ਬਹੁਤ ਵੱਡੀ ਗਿਣਤੀ ਹੈ। ਇਹ ਤਾਂ ਆਟੇ 'ਚ ਲੂਣ ਵੀ ਨਹੀਂ ਸੀ ਜਿੱਥੇ ਉਹ ਸਾਰੇ ਕੰਟਰੋਲ ਕਰਦੇ ਸੀ, ਔਰ 150-200 ਸਾਲ ਰਾਜ ਕਰਕੇ ਆਏ ਆ। ਸੋ ਇੱਕ ਕਲੋਨੀਅਲਿਜ਼ਮ ਇੱਕ ਵੱਡੀ ਗੱਲ ਹੈ। ਦੂਸਰੀ ਗੱਲ ਹੈਗੀ ਆ ਕਿ ਜਿਨ੍ਹਾਂ ਦੇ ਹੱਥ 'ਚ ਇਕਨੋਮਿਕ ਪਾਵਰ ਆ ਉਹ ਫਿਰ ਜੋ ਮਰਜ਼ੀ ਮਾਨਾਈਆਂ ਕਰਦੇ ਨੇ ਕਿ ਸਾਡੇ ਹੱਥ ਇਕਨੋਮਿਕ ਪਾਵਰ ਆ, ਅਸੀਂ ਬੋਰਡ ਆਫ ਡਾਇਰੈਕਟਰਸ ਤੇ ਬੈਠੇ ਆ, ਅਸੀਂ ਕੰਟਰੋਲ ਕਰਦੇ ਆ। ਹੁਣ BC ਦੇ ਵਿੱਚ ਤੁਸੀਂ ਦੇਖ ਲਓ ਡਿਪਟੀ ਮਿਨਿਸਟਰ ਹੁੰਦੇ ਆ ਜਿਹੜੇ ਸੈਕਟਰੀ, IAS ਸੈਕਟਰੀ ਵਗੈਰਾ, ਜਿੱਦਾਂ ਪੰਜਾਬ ਦੇ ਵਿੱਚ ਆ, ਇੱਥੇ ਅਸੀਂ ਉਹਨਾਂ ਨੂੰ ਡਿਪਟੀ ਮਿਨਿਸਟਰ ਕਹਿੰਦੇ ਹਾਂ। ਹਾਂਜੀ, ਇੱਕ ਵੀ ਡਿਪਟੀ ਮਿਨਿਸਟਰ ਜਿਹੜਾ ਸਾਡੇ ਭਾਈਚਾਰੇ 'ਚੋਂ ਹੈ ਨਹੀਂ। ਤੇ ਇਹ ਨਹੀਂ ਕਿ ਇਹਨਾਂ ਦੇ ਵਿੱਚ ਕੁਆਲੀਫਿਕੇਸ਼ਨ ਹੈ ਨਹੀਂ। ਤੁਹਾਨੂੰ ਕੀ ਲੱਗਦਾ ਇਹਦਾ ਕੀ ਕਾਰਨ ਹੋ ਸਕਦਾ? ਸਿੱਧਾ ਹੀ ਰੇਸਿਜ਼ਮ ਹੈ, ਸ਼ਰੇਆਮ।
ਆਗਾ ਖਾਨ ਦੀ ਚੱਲਦੀ ਆ ਉੱਥੇ। ਆਗਾ ਖਾਨ ਦੇ ਪੈਸਿਆਂ ਦੇ ਕਰਕੇ ਜਿੱਦਾਂ ਜੇ ਜਸਟਨ ਟਰੂਡੋ ਵੀ ਗਿਆ ਪਿੱਛੇ ਜਾਏ ਉਹਨਾਂ ਦੇ ਵਕੇਸ਼ਨ ਲੈਣ ਤਾਂ ਉਹਨਾਂ ਦੇ ਹੈਲੀਕਾਪਟਰ 'ਚ ਘੁੰਮਦਾ ਸੀ, ਉਹਨਾਂ ਦੇ ਆਈਲੈਂਡ ਤੇ ਫਿਰਦਾ ਸੀ। ਹਾਂਜੀ, ਉਹਨਾਂ ਨੇ ਆਪਣਾ ਬੰਦਾ ਇੱਕ ਰਖਾਇਆ ਹੈ ਔਰ ਉਹ ਬੰਦਾ ਜਿਹੜਾ ਐਨਡੀਪੀ ਦਾ ਦੁਸ਼ਮਣ ਆ, ਐਨਡੀਪੀ ਦੀ ਇੰਨੀ ਹਿੰਮਤ ਨਹੀਂ ਕਿ ਉਸ ਬੰਦੇ ਨੂੰ ਕੁਝ ਕਰ ਸਕਣ। ਦੇਖੋ ਪੂਰੀ ਸਰਕਾਰ ਮੋਹਰੇ ਲਾਈ ਇੱਕ ਬੰਦੇ ਨੇ। ਇੱਥੇ ਫਰੇਜ਼ਰ ਇੰਸਟੀਚਿਊਟ ਆ ਵੈਨਕੂਵਰ ਦੇ ਵਿੱਚ ਔਰ ਉਹਨੂੰ ਰਾਈਟ ਵਿੰਗ ਇੰਸਟੀਚਿਊਟ ਕਹਿੰਦੇ ਆ। ਜੇ ਉਹ ਸਪੋਰਟ ਕਰਦੇ ਆ ਥੋੜੀ ਬਹੁਤ ਲਿਖਤੀ ਦੇ ਤੌਰ ਤੇ ਤਾਂ BC ਲਿਬਰਲ ਦੀ ਸਪੋਰਟ ਕਰਦੇ ਆ, ਪਰ ਐਨਡੀਪੀ ਦੇ ਆਪਣੇ ਹੀ ਟਿਕ ਜਿਹੜੇ ਲੋਚਕ ਆ ਉਹਨਾਂ ਨੇ ਇਹਨਾਂ ਤੇ ਕਿੰਤੂ ਪ੍ਰੰਤੂ ਕੀਤਾ ਕਿ ਤੁਸੀਂ ਫਰੇਜ਼ਰ ਇੰਸਟੀਚਿਊਟ ਦਾ ਬੰਦਾ ਉਹ ਜਿਹੜਾ ਆ ਉਹਨੂੰ ਰੱਖਿਆ ਹੈ ਡਿਪਟੀ ਮਿਨਿਸਟਰ ਦੇ ਤੌਰ ਤੇ, ਉਹਦੀ ਟਰਮ ਐਕਸਟੈਂਡ ਕੀਤੀ ਇਹਨਾਂ ਨੇ। ਇਦਾਂ ਹੀ ਇਹਨਾਂ ਨੇ KPU ਦੇ ਵਿੱਚ ਇੱਥੇ ਵਾਈਸ ਚਾਂਸਲਰ ਜਿਹੜਾ ਪ੍ਰੈਜ਼ੀਡੈਂਟ ਲਿਆਂਦਾ ਸੀ BC ਲਿਬਰਲ ਨੇ, ਜਿਹਨੇ ਕਿ ਲੱਤਾਂ ਡਾਈਆਂ ਸੀ ਵੀ ਮੈਂ ਹਿਊਮਨ ਰਾਈਟਸ ਕਮਿਸ਼ਨ ਇੱਥੇ ਆਫਿਸ ਬਣ ਨਹੀਂ ਦੇਣਾ, ਉਹਦੀ ਵੀ ਐਕਸਟੈਂਸ਼ਨ ਕੀਤੀ ਇਹਨਾਂ ਨੇ ਐਨਡੀਪੀ ਨੇ। ਇਹਦਾ ਮਤਲਬ ਹਰ ਨਸਲਵਾਦੀ ਦੇ ਪਿੱਛੇ ਐਨਡੀਪੀ ਦੀ ਸਰਕਾਰ ਖੜੀ ਆ ਤੇ BC ਲਿਬਰਲ ਦਾ ਕੋਈ ਸ਼ੱਕ ਹੀ ਨਹੀਂ। ਉਹਦੇ ਵਿੱਚ ਜਿਹੜਾ ਕੈਵਨ ਫਾਲਕਨ ਹੈ ਉਹ 2018 ਦੇ ਵਿੱਚ ਬਾਰਨੀਏ ਦੀ ਸਪੋਰਟ ਕਰਦਾ ਸੀ। ਬਾਰਨੀਏ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਜਗਮੀਤ ਸਿੰਘ ਬਾਰੇ, ਕਹਿੰਦਾ ਜਿਹੜਾ ਬੰਦਾ ਸਿਰ ਤੇ ਲੀਰਾਂ ਬੰਨ੍ਹੀ ਫਿਰਦਾ ਉਹ ਨਹੀਂ ਕਹਿੰਦੇ ਜਿੱਤਣਾ, ਤੇ ਇਹ ਉਹਨਾਂ ਦੇ ਨਾਲ ਤੁਰਿਆ ਫਿਰਦਾ ਸੀ। ਫਿਰ ਹੁਣ ਕਿਉਂਕਿ ਇਹਨੇ ਸਾਡੇ ਬੰਦਿਆਂ ਦੀ ਸਪੋਰਟ ਲੈਣੀ ਸੀ ਔਰ ਸ਼ਰੇਆਮ ਸਾਡੇ ਬੰਦਿਆਂ ਨੇ ਕੀਤੀ, ਪੱਗਾਂ ਵਾਲਿਆਂ ਨੇ ਕੀਤੀ ਵੈਸੇ, ਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਮੇਰੇ ਤੋਂ ਉਸ ਵੇਲੇ ਗਲਤੀ ਹੋ ਗਈ। ਗਲਤੀ ਹੋ ਜਾਂਦੀ ਹੁੰਦੀ ਜਿਹੜਾ ਕੋਈ 17-18 ਸਾਲਾਂ ਦਾ ਹੈ, ਜਿਹੜਾ ਬੰਦਾ ਡਿਪਟੀ ਪ੍ਰੀਮੀਅਰ ਰਿਹਾ ਹੋਵੇ, ਵਿੱਤ ਮੰਤਰੀ ਰਿਹਾ ਹੋਵੇ, ਵੱਡੇ ਵੱਡੇ ਅਹੁਦੇ ਲਏ ਹੋਣ, ਉਸ ਤੋਂ ਬਾਅਦ ਵੀ ਇਹ ਕਹਿੰਦਾ ਵੀ ਮੇਰੀ ਗਲਤੀ ਹੋ ਗਈ ਹੈ। ਇਹਦਾ ਮਤਲਬ ਕੌਨਸ਼ੀਅਸ ਤਾਂ ਸੀਗਾ ਕਿ 2018 ਦੇ ਵਿੱਚ ਉਹ 17 ਸਾਲਾਂ ਦਾ ਨਹੀਂ ਸੀ। ਡਿਪਟੀ ਮਿਨਿਸਟਰ ਨੂੰ ਜਿਹੜਾ ਡਿਪਟੀ ਪ੍ਰੀਮੀਅਰ ਰਹਿ ਚੁੱਕਾ ਹੋਵੇ ਉਹ ਕਹੇ ਕਿ ਮੈਨੂੰ ਪਤਾ ਹੀ ਨਹੀਂ ਸੀ, ਇਹ ਤਾਂ ਸ਼ਰੇਆਮ ਇਹ ਦੱਸਣ ਦੀ ਲੋੜ ਹੈ ਕਿ ਜੇ ਮੈਨੂੰ ਉਦੋਂ ਮੈਂ ਨਸਲਵਾਦੀ ਬੰਦੇ ਨਾਲ ਚੱਲ ਗਿਆ ਸੀ, ਪਰ ਹੁਣ ਮੈਨੂੰ ਤੁਹਾਡੀਆਂ ਵੋਟਾਂ ਦੀ ਲੋੜ ਹੈ, ਹੁਣ ਮੈਂ ਤੁਹਾਡੇ ਨਾਲ ਖੜਾ। ਜੀ, ਸਾਰਾ ਜਿਹੜਾ ਸਵਾਲ ਆ ਵੋਟ ਬੈਂਕ ਤੇ ਆ ਕੇ ਖਤਮ ਹੋ ਜਾਂਦਾ, ਕਿਉਂਕਿ ਜਿਵੇਂ ਕਿ ਤੁਸੀਂ ਡਿਸਕਸ ਕੀਤਾ ਕਿ ਜਦੋਂ ਕੋਈ ਇਨਸੀਡੈਂਟ ਹੋ ਜਾਂਦੀ ਉਦੋਂ ਅੰਕੜੇ ਆ ਜਾਂਦੇ ਨੇ, ਸਿਰਫ ਡਿਸਕਸ਼ਨਸ ਹੀ ਹੁੰਦੀਆਂ ਨੇ, ਉਹਨਾਂ ਨੂੰ ਰੋਕਣ ਦੇ ਲਈ ਕੋਈ ਕਦਮ ਨਹੀਂ ਚੁੱਕੇ ਜਾਂਦੇ ਹੈਗੇ। ਇਸੇ ਕਰਕੇ ਫਿਰ ਜਿਹੜੇ ਇਹ ਰੇਸਿਜ਼ਮ ਦੇ ਜਿਹੜੇ ਮਾਮਲੇ ਹੈਗੇ ਆ ਤਾਂ ਫਿਰ ਇਹ ਵੱਧਦੇ ਜਾਂਦੇ ਆ। ਰੁੱਖ ਕਰਦੇ ਆ ਹੁਣ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਫਰੀडम ਕਨਵॉय ਵਾਲਿਆਂ ਨੇ ਹੁਣ ਵਿਕਟੋਰੀਆ ਘੇਰਨ ਦੇ ਲਈ ਆਪਣਾ ਮਨ ਬਣਾਇਆ ਹੋਇਆ ਤੇ ਵਿਕਟੋਰੀਆ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੁਝ ਯੋਜਨਾ ਬਣਾਈ ਹੈਗੀ ਆ ਤਾਂ ਕਿ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਦੀ ਜਿਹੜੀ ਲਾਈਫ ਆ ਸਮੂਥ ਚੱਲਦੀ ਰਹੇ। ਪਰ ਪਹਿਲਾਂ ਆਟਵਾ ਦੇ ਵਿੱਚ ਕੀ ਕੁਝ ਹੋਇਆ ਸਾਨੂੰ ਸਾਰਾ ਕੁਝ ਪਤਾ। ਹੁਣ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੇਰਾ ਖਿਆਲ ਵਿਕਟੋਰੀਆ ਦੀ ਪੁਲਿਸ ਨੇ ਇੱਕ ਗੱਲ ਤਾਂ ਆਟਵਾ ਤੋਂ ਸਿੱਖੀ ਆ, ਜੋ ਕੁਝ ਉੱਥੇ ਹੋਇਆ। ਇਹਨਾਂ ਨੇ ਉੱਥੇ ਪੁਲਿਸ ਚੈੱਕ ਪੁਆਇੰਟ ਲਾਤੇ ਕਿ ਜੇ ਵੀ ਕੋਈ ਐਂਟਰ ਹੋਊਗਾ ਉਹਦੀ ਦੇਖਾਂਗੇ ਕਿੱਥੇ ਐਂਟਰ ਹੁੰਦਾ, ਕਿਹੜੇ ਏਰੀਏ ਦੇ ਵਿੱਚ ਐਂਟਰ ਹੁੰਦਾ, ਤਾਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਆ। ਪਰ ਕੀ ਇਹ ਟਰੱਕਸ ਨੂੰ ਕੰਟਰੋਲ ਕਰ ਸਕਦੇ ਆ? ਕੀ ਉਹ ਕਰਾਊਡ ਨੂੰ ਕੰਟਰੋਲ ਕਰਨਗੇ? ਕਿੱਥੇ ਕਿੱਥੇ ਰੱਖਣਗੇ? ਕਿਹੜਾ ਏਰੀਆ ਉਹਨਾਂ ਨੂੰ ਦੇਣਗੇ ਜਿੱਥੇ ਉਹ ਡੈਮੋਨਸਟ੍ਰੇਸ਼ਨ ਕਰਨਗੇ, ਜਿਹਦੇ ਨਾਲ ਆਮ ਲੋਕੀ ਪ੍ਰਭਾਵਿਤ ਨਾ ਹੋਣ। ਆਟਵਾ ਵੀ ਡਾਊਨਟਾਊਨ ਦੇ ਨਾਲ ਹੀ ਆ ਜਿਹੜੀ ਪਾਰਲੀਮੈਂਟ ਹਿੱਲ, ਇੱਥੇ ਵੀ ਜਿਹੜੀ ਅਸੈਂਬਲੀ ਆ BC ਦੇ ਵਿੱਚ ਉਹਦੇ ਨਾਲ ਹੀ ਡਾਊਨਟਾਊਨ ਆ। ਸੋ ਉੱਥੇ ਜਿਹੜਾ ਡਾਊਨਟਾਊਨ ਆ ਉਹ ਪ੍ਰਭਾਵਿਤ ਹੁੰਦਾ ਬਿਜ਼ਨਸ ਇਹ ਟਰੱਕ ਇਨਵॉयਸ ਦੇ ਕਰਕੇ। ਟਰੱਕਿੰਗ ਵਾਲਿਆਂ ਨੂੰ ਤੁਸੀਂ ਡੈਮੋਨਸਟ੍ਰੇਸ਼ਨ ਜੇ ਕਰਨੀ ਕਿਸੇ ਨੇ ਕਰ ਸਕਦਾ, ਪਰ ਅਜੇ ਤੱਕ ਸ਼ਾਇਦ ਇਹਨਾਂ ਦੀ ਪੁਲਿਸ ਦੇ ਫੋਰਸ ਨੇ ਇਹ ਨਹੀਂ ਕਿਹਾ ਕਿ ਟਰੱਕਾਂ ਨੂੰ ਲਿਆਉਣਾ ਨਹੀਂ ਇੱਥੇ, ਕਿਉਂਕਿ ਟਰੱਕ ਦਾ ਇੱਕ ਸਟੀਲ ਦਾ ਬਣਿਆ ਚੀਜ਼ ਹੈ ਨਾ। ਹਾਂਜੀ, ਸਟੀਲ ਦੇ ਬਣੇ ਚੀਜ਼ ਨੂੰ ਤਾਂ ਸਾਡਾ ਸੰਵਿਧਾਨ ਨਹੀਂ ਕਹਿੰਦਾ ਕਿ ਸਟੀਲ ਨੂੰ ਵੀ ਹੱਕ ਆ ਕੇ ਡੈਮੋਨਸਟ੍ਰੇਸ਼ਨ ਕਰਿਆ ਕਰੇ। ਹਿਊਮਨ ਬੀਇੰਗ ਨੂੰ, ਇਨਸਾਨ ਨੂੰ ਉਹਨਾਂ ਹੱਕ ਦਿੱਤਾ ਆ। ਉਹ ਇਨਸਾਨ ਜੇ ਆ ਕੇ ਡੈਮੋਨਸਟ੍ਰੇਸ਼ਨ ਕਰਨ, 4 ਦਿਨ ਕਰਨ, 5 ਦਿਨ ਕਰਨ, ਹਫ਼ਤਾ ਲਾ ਦੇਣ, 2 ਹਫ਼ਤੇ ਲਾ ਦੇਣ, ਉਹਨਾਂ ਦਾ ਹੱਕ ਬਣਦਾ ਹੈ, ਜਿੰਨਾ ਚਿਰ ਉਹ ਦੂਸਰਿਆਂ ਦਾ ਹੱਕ ਨਹੀਂ ਮਾਰਦੇ। ਇਹਨਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਨਸਲਵਾਦੀ ਨੇ, ਜਾਂ ਅਸੀਂ ਨਸਲਵਾਦ ਦੀ ਗੱਲ ਕਰਕੇ ਹਟੇ, ਹਾਂਜੀ, ਔਰ ਨਸਲਵਾਦ ਪ੍ਰਮੋਟ ਕਰਦੇ ਆ। ਜਿੰਨੀਆਂ ਨਸਲਵਾਦੀ ਪਾਰਟੀਆਂ ਨੇ ਰਾਈਟ ਵਿੰਗ, ਉਹ ਇਹਨਾਂ ਦੀ ਸਪੋਰਟ ਕਰਦੀਆਂ ਨੇ।
ਸੋ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿ ਕਿੱਥੇ ਕਿਹੜੀ ਹੱਦ ਤਾਈਂ ਇਹ ਜਾਂਦੇ ਨੇ। ਪੁਲਿਸ ਵਾਲਿਆਂ ਨੇ ਮੇਰਾ ਖਿਆਲ ਇੱਕ ਕਦਮ ਤਾਂ ਉਹਨਾਂ ਨੇ ਚੰਗਾ ਚੱਕਿਆ ਕਿ ਉਹਨਾਂ ਨੇ ਚੈੱਕ ਪੁਆਇੰਟ ਪਹਿਲਾਂ ਹੀ ਲਾਤੇ ਆ, ਉਸ ਤੋਂ ਪਹਿਲਾਂ ਕਿ ਕੌਨਵੋਏ ਆ ਜਾਵੇ ਇਹਨਾਂ ਦੇ। ਜੀ, ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼, ਡਾਕਟਰ ਸ਼ਿੰਦਰ ਪੁਰੇਵਾਲ ਤੇ ਸੁਖਜੀਤ ਮੰਗਤ ਦੇ ਨਾਲ। ਡਾਕਟਰ ਸਾਹਿਬ, ਰੁਖ ਕਰਦੇ ਹਾਂ ਆਪਾਂ ਹੁਣ ਖਬਰਾਂ ਵੱਲ। ਆਪਣੀ ਕੈਨੇਡਾ ਦੀ ਡਿਫੈਂਸ ਮਿਨਿਸਟਰ ਅਨੀਤਾ ਆਨੰਦ ਨੇ ਇੱਕ ਸਟੇਟਮੈਂਟ ਦਿੱਤੀ ਆ। ਉਹ ਸਟੇਟਮੈਂਟ ਨੇ ਸਭ ਨੂੰ ਹੈਰਾਨ ਵੀ ਕਰਤਾ, ਪਰੇਸ਼ਾਨ ਵੀ ਕਰਤਾ ਤੇ ਸੋਚਣ ਲਈ ਮਜਬੂਰ ਵੀ ਕਰਤਾ। ਹੁਣ ਤੁਸੀਂ ਆਪਣੇ ਸਰੋਤਿਆਂ ਨੂੰ ਇਹ ਦੱਸੋ ਵੀ ਉਹਨਾਂ ਨੇ ਇਹੋ ਜਿਹਾ ਕੀ ਕਹਿ ਦਿੱਤਾ ਕਿ ਜਿਹਦੇ ਨਾਲ ਲੋਕ ਹੈਰਾਨ ਵੀ ਆ, ਪਰੇਸ਼ਾਨ ਵੀ ਆ ਤੇ ਸੋਚਣ ਲਈ ਮਜਬੂਰ ਵੀ ਆ। ਯੂਕਰੇਨ ਦੇ ਵਿੱਚ ਰਸ਼ੀਆ ਯੂਕਰੇਨ ਦੀ ਜਿਹੜੀ ਲੜਾਈ ਲੱਗ ਰਹੀ ਹੈ ਤਾਂ ਉਸ ਵੇਲੇ ਥੋੜਾ ਕੈਨੇਡਾ ਜਰਾ ਜ਼ਿਆਦਾ ਹੀ ਕਹੀਏ ਨੇ। ਕਈ ਸਾਡੇ ਮੀਆਂ ਮੁਹੰਮਦ ਬਖਸ਼ ਕਹਿੰਦੇ ਕਿ ਬਹੁਤੀ ਖੁਸ਼ੀ ਹੈ ਗਮੀ ਬਰਾਬਰ, ਇਹ ਸੱਚ ਤੋਂ ਜਾਣੀ ਸੁੱਕ ਜਾਂਦੇ ਉਹ ਦਰਖਤ ਮੁਹੰਮਦ ਜਿੱਥੇ ਬਹੁਤਾ ਪਾਣੀ। ਇਹਨਾਂ ਨੇ ਜਰਾ ਜ਼ਿਆਦਾ ਹੀ ਵੱਧ ਚੜ ਕੇ ਕਹਿਤਾ ਕਿ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ। ਕੁਛ ਹਥਿਆਰ ਵੀ ਭੇਜ ਦਿੱਤੇ ਉਹਨਾਂ ਨੂੰ ਯੂਕਰੇਨ ਨੂੰ। ਹੁਣ ਉਹਨਾਂ ਨੇ ਮਿਨਿਸਟਰ ਆਨੰਦ ਨੇ ਕਿਹਾ CBC ਦੀ ਇੰਟਰਵਿਊ ਤੇ ਕਿ ਸਾਨੂੰ ਖਤਰਾ ਇਹ ਆ ਵੀ ਸਾਡੇ ਤੋਂ ਆਪਣੇ ਹਥਿਆਰ ਰਹਿਣਗੇ, ਦਈਏ ਕੀ ਉਹਨਾਂ ਨੂੰ। ਹੁਣ ਇਹ ਵੱਡੀ ਗੱਲ ਹੈ ਵੀ ਤੁਹਾਡੀ ਮਿਲਟਰੀ ਦੇ ਕੋਲ ਆਪ ਕੁਛ ਹੈ ਨਹੀਂ ਤਾਂ ਤੁਸੀਂ ਯੂਕਰੇਨ ਨੂੰ ਦੇਣ ਲਈ ਵਚਨਬੱਧ ਆ। ਸੋ ਇਸ ਗੱਲ ਤੇ ਉਹਨੇ ਚਿੰਤਾ ਵੀ ਇਹਨਾਂ ਮਿਨਿਸਟਰ ਨੇ ਕੀਤੀ ਹੈ ਕਿ ਸਾਡੇ ਕੋਲ ਜੇ ਅਸੀਂ ਹੋਰ ਹਥਿਆਰ ਉਹਨਾਂ ਨੂੰ ਦੇਤੇ ਤਾਂ ਸਾਡੇ ਤੋਂ ਘਟ ਜਾਣੇ ਆ। ਤੁਹਾਡੇ ਤੋਂ 2 ਰਾਈਫਲ ਹੋਣ, ਇੱਕ ਕਿਸੇ ਨੂੰ ਤੁਸੀਂ ਦੇ ਦਿਓ, ਇੱਕ ਹੀ ਰਹਿ ਜਾਵੇ ਤਾਂ ਤੁਸੀਂ ਕੀ ਕਰੋਗੇ। ਹੁਣ ਇੱਥੇ ਡਿਫੈਂਸ ਸਪੈਂਡਿੰਗ ਤੇ ਹਮੇਸ਼ਾ ਗੱਲਬਾਤ ਚੱਲਦੀ ਹੈ। ਕੋਈ ਅਸੀਂ $22 ਬਿਲੀਅਨ ਦਾ ਖਰਚਾ ਕਰਦੇ ਹਾਂ ਸਾਲ ਦਾ, ਜਿਹੜਾ ਕਿ 1.4% ਆਉਂਦਾ GDP ਦਾ ਜੇ ਤੁਸੀਂ ਕੈਨੇਡਾ 'ਚ ਗਿਣਦੇ। ਨੇਟੋ ਕੰਟਰੀਜ਼ ਨੇ, US ਨੇ ਖਾਸ ਤੌਰ ਤੇ ਪ੍ਰੈਸ਼ਰ ਪਾਇਆ ਕਿ ਨੇਟੋ ਦੇ ਜਿੰਨੇ ਵੀ ਦੇਸ਼ ਆ ਉਹ ਘੱਟੋ ਘੱਟ 2% ਆਪਣੀ GDP ਦਾ ਉਹ ਖਰਚ ਕਰਨ। ਤਾਂ ਉਹਦੇ ਹਿਸਾਬ ਨਾਲ ਹੁਣ ਸਾਡੇ ਸਿਰ ਤਾਂ 354 ਬਿਲੀਅਨ ਦਾ ਪਹਿਲਾਂ ਹੀ ਕਰਜ਼ਾ ਚੜਿਆ। ਸੌਰੀ, ਕਰਜ਼ਾ ਨਹੀਂ, ਉਹਦਾ ਘਾਟੇ ਦਾ ਬਜਟ ਹੈ ਤੇ ਕਰਜ਼ਾ ਤਾਂ ਹੋਰ ਵੀ ਜ਼ਿਆਦਾ ਹੈ। $24 ਬਿਲੀਅਨ ਤਾਂ ਅਸੀਂ ਐਨੂਅਲੀ ਵੈਸੇ ਵਿਆਜ ਦਾ ਹੀ ਦਿੰਦੇ ਹਾਂ ਤੇ ਇਸ ਕਰਕੇ ਹੱਥ ਵੀ ਬੰਨੇ ਆ ਫੈਡਰਲ ਗਵਰਨਮੈਂਟ ਦੇ ਕਿ ਉਹ ਇੰਨਾ ਖਰਚਾ ਨਹੀਂ ਕਰ ਸਕਦੇ। ਹੁਣ ਮੇਰਾ ਖਿਆਲ ਮਹੀਨਾ ਕੀ ਹੋ ਗਿਆ, ਉਦੋਂ ਜਸਟਨ ਟਰੂਡੋ ਨੇ ਇੱਕ ਸਪੀਚ ਦਿੱਤੀ ਸੀ ਕਿ ਅਸੀਂ ਨਵੇਂ ਹਥਿਆਰ ਖਰੀਦਾਂਗੇ ਕੈਨੇਡੀਅਨ ਮਿਲਟਰੀ ਲਈ, ਕਿਉਂਕਿ ਇਹਨਾਂ ਦੇ ਜੇ ਨੇਵੀ ਦੇ ਵਿੱਚ ਦੇਖਦੇ ਤਾਂ ਫ੍ਰਿਗੇਟਸ ਜਿਹੜੇ ਆ ਉਹ ਬੜੇ ਪੁਰਾਣੇ ਹੋ ਚੁੱਕੇ ਆ। ਸਾਡੀ 에ਅਰ ਫੋਰਸ ਦੇ ਜਿਹੜੇ ਜਹਾਜ਼ ਆ ਉਹ ਬੜੇ ਪੁਰਾਣੇ ਹੋ ਚੁੱਕੇ ਆ ਤੇ ਜਿਹੜੇ ਸਾਡੇ ਕੋਲ ਟੈਂਕ ਆ ਉਹ ਸ਼ਾਇਦ ਦੁਨੀਆ ਦੀ ਦੂਜੀ ਜੰਗ ਵੇਲੇ ਦੇ ਹੀ ਆ। ਜੇ ਆਰਟਿਲਰੀ ਵਾਲਿਆਂ ਦੇ ਦੇਖਦੇ ਆ ਤਾਂ ਉਹ ਕੋਈ ਮਾਡਰਨ ਆਰਟਿਲਰੀ ਨਹੀਂ, ਕੋਈ ਮਾਡਰਨ ਸਾਡੇ ਤੋਂ ਫੋਰਸ ਹੈ ਨਹੀਂ ਗੀ। ਸੋ ਇਸ ਕਰਕੇ ਉਹਨਾਂ ਨੇ ਕਹਿ ਤਾਂ ਦਿੱਤਾ, ਪਰ ਕਿੱਥੋਂ ਲਿਆਉਣਗੇ ਉਹ ਪੈਸੇ ਇੰਨੇ। $62 ਬਿਲੀਅਨ ਦੀ ਗੱਲ ਕਰਦੇ ਸੀ ਉਹ। $62 ਬਿਲੀਅਨ ਬਹੁਤ, ਹੁਣ 354 ਬਿਲੀਅਨ ਦੇ ਵਿੱਚ ਇੰਨੇ ਪੈਸੇ ਹੋਰ ਜੋੜਨੇ ਹੋਣ। ਪਰ ਇਹਨਾਂ ਨੇ $62 ਬਿਲੀਅਨ ਜਦੋਂ ਕਿਹਾ, ਜਦੋਂ ਉਹਨੂੰ ਤੁਸੀਂ ਵਿਸਤਾਰ ਦੇ ਵਿੱਚ ਦੇਖਣਾ ਤਾਂ ਫਿਰ ਇਹਨਾਂ ਨੇ ਕਹਿਣਾ 10 ਸਾਲਾਂ ਦੇ ਵਿੱਚ, ਮਤਲਬ ਤਕਰੀਬਨ ਉਹ $6 ਬਿਲੀਅਨ ਇੱਕ ਸਾਲ ਦਾ ਹੋਇਆ ਕਰਨਾ। ਤੇ ਇਸ ਗੱਲ ਕਰਕੇ ਥੋੜੀ ਹਾਸੋਹੀਣੀ ਗੱਲ ਵੀ ਆ ਕਿ ਕੈਨੇਡਾ ਵਾਲੇ ਦਿਨ ਰਾਤ ਇਹ ਕਹਿ ਰਹੇ ਸੀ, ਉਹ ਪ੍ਰਾਈਮ ਮਿਨਿਸਟਰ ਜਾ ਕੇ ਵੀ ਆਏ ਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਪਿੱਛੇ ਜਾ ਇੱਕ ਹੋਰ ਵੀ ਬਿਆਨ ਇਹਨਾਂ ਨੇ ਹਾਸੋਹੀਣਾ ਦਿੱਤਾ ਸੀ ਕਿ ਜੇ ਰਸ਼ੀਆ ਵਾਲੇ ਨਾ ਹੀ ਹਟੇ ਤਾਂ ਫਿਰ ਅਸੀਂ ਕਨਵੈਨਸ਼ਨਸ ਕਰਾਉਣ ਲੱਗ ਪੈਣਾ ਇੱਥੇ, ਇੰਟਰਨੈਸ਼ਨਲ ਕਨਵੈਨਸ਼ਨ। ਮਤਲਬ ਜਿਹੜੀ ਦੇਸ਼ ਦੀ ਇੱਕ ਮਿਲਟਰੀ ਲੜ ਰਹੀ ਹੈ ਕਿਸੇ ਦੇ ਖਿਲਾਫ, ਤੁਸੀਂ ਇਹ ਧਮਕੀ ਦਿੰਦੇ ਕਿ ਅਸੀਂ ਇੱਥੇ ਆ ਕੇ ਮੀਟਿੰਗ ਕਰਨ ਲੱਗ ਪੈਣਾ ਤਾਂ ਤੁਸੀਂ ਬਾਜ਼ ਆ ਜਾਓ, ਨਹੀਂ ਤਾਂ। ਤੇ ਇਹਦੇ ਵਿੱਚ ਵੀ ਥੋੜੀ ਜਿਹੀ ਸੋਚ ਕੇ ਗੱਲ ਕਰਨੀ ਚਾਹੀਦੀ ਇੱਕ ਮਿਨਿਸਟਰ ਨੂੰ, ਖਾਸ ਤੌਰ ਤੇ ਡਿਫੈਂਸ ਮਿਨਿਸਟਰ ਨੂੰ। ਇਹਨਾਂ ਤੋਂ ਪਹਿਲਾਂ ਜਿਹੜੇ ਡਿਫੈਂਸ ਮਿਨਿਸਟਰ ਸੀਗੇ ਹਰਜੀਤ ਸਿੰਘ ਸੱਜਣ, ਉਹਨਾਂ ਨੇ ਦਿੱਲੀ ਦੇ ਵਿੱਚ ਜਦੋਂ ਗਏ ਸੀ ਇਹਨਾਂ ਦੇ ਨਾਲ, ਵੈਸੇ ਤਾਂ PR ਦੀ ਵੈਸੇ ਹੀ ਇੰਨੀ ਬੁਰੀ ਹਾਲਾਤ ਹੋਏ ਆ, ਉਹ ਕਦੇ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਆ। ਪਰ ਇਹਨਾਂ ਨੇ ਹੋਰ ਵੀ ਚੰਦ ਚਾੜ ਦਿੱਤਾ। ਇਹ ਇੱਕ ਰਿਜ਼ਰਵ ਸੋਲਜਰ ਆ। ਵੈਸੇ ਕੈਨੇਡਾ ਦੇ ਵਿੱਚ 2 ਤਰ੍ਹਾਂ ਦੀ ਫੋਰਸ ਆ, ਜਿਹੜੀ ਵੈਸਟਰਨ ਕੰਟਰੀਜ਼ ਦੇ ਵਿੱਚ ਬਹੁਤ ਹੈ ਇਹ,
ਕਿਉਂਕਿ ਅਸੀਂ ਇੱਕ ਤਾਂ ਹੈਗੀ ਰੈਗੂਲਰ ਆਰਮੀ, ਰੈਗੂਲਰ ਨੇਵੀ, ਰੈਗੂਲਰ 에ਅਰ ਫੋਰਸ, ਇੱਕ ਹੈਗੀ ਆ ਜਿਹਨੂੰ ਅਸੀਂ ਕਹਿੰਦੇ ਰਿਜ਼ਰਵ ਫੋਰਸ ਜੀ। ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦੇ ਕੇ ਤਾਂ ਲੈ ਆਉਂਦੇ ਰਿਜ਼ਰਵ ਦੇ ਵਿੱਚ ਛੋਟੇ ਛੋਟੇ ਬਿਲਕੁਲ ਰਿਜ਼ਰਵ ਬਟਾਲੀਅਨ ਦੇ ਵਿੱਚ 70 ਹੋਣਗੇ, 65 ਬੰਦੇ ਹੋਣਗੇ। ਵੈਸੇ ਤਾਂ ਬਟਾਲੀਅਨ ਦੇ ਵਿੱਚ ਪੂਰਾ 1000 ਬੰਦਾ ਹੁੰਦਾ, ਉਹਨਾਂ ਦੇ ਫੁੱਲੀ ਆਰਮਡ ਹੁੰਦੇ ਆ, ਪਰ ਇਹ ਰਿਜ਼ਰਵ ਬਟਾਲੀਅਨ ਤਾਂ ਰੱਖੀਆਂ ਆ ਕਿ ਤੁਸੀਂ ਇੰਸ਼ੋਰੈਂਸ ਏਜੰਟ ਆ, ਤੁਸੀਂ ਟੀਚਰ ਆ, ਤੁਸੀਂ ਕਾਂਸਟੇਬਲ ਆ, ਤੁਸੀਂ ਰਿਜ਼ਰਵ ਬਟਾਲੀਅਨ ਦੇ ਵਿੱਚ ਸੋਲਜਰ ਵੀ ਹੋ ਸਕਦੇ ਆ। ਕੰਮ ਉਹ ਤੁਸੀਂ ਰੈਗੂਲਰਲੀ ਕਰਦੇ ਆ, ਪਰ ਉਹਦੇ ਨਾਲ ਤੁਸੀਂ ਰਿਜ਼ਰਵ ਬਟਾਲੀਅਨ ਦੇ ਵਿੱਚ ਸਰਵ ਵੀ ਕਰ ਸਕਦੇ ਆ। ਤੇ ਇਹ ਹਰਜੀਤ ਸਿੰਘ ਸੱਜਣ ਹੋਣੀ, ਇਹਨਾਂ ਦੀ ਅਸਲੀ ਜੌਬ ਤਾਂ ਸੀ ਕਾਂਸਟੇਬਲ ਪੁਲਿਸ ਦੇ ਵਿੱਚ, ਪਰ ਇਹਨਾਂ ਨੇ ਰਿਜ਼ਰਵ ਬਟਾਲੀਅਨ ਦੇ ਵਿੱਚ ਜਿੱਥੇ ਇੱਥੇ ਕਿ ਸਾਡੇ ਮੇਰੇ ਖਿਆਲ ਮੀਡੀਆ ਨੇ ਤਾਂ ਇਹਨਾਂ ਨੂੰ ਕਮਾਂਡਰ ਇਨ ਚੀਫ ਹੀ ਕਹਿਤਾ ਸੀ। ਇੱਥੋਂ ਹੀ ਬੋਲੇ ਸੀ, ਕੋਈ ਇਹਨਾਂ ਦੇ ਇੱਕ ਹੁੰਦੇ ਸੀ ਧਾੜੀਵਾਲ ਸਾਹਿਬ, ਉਹਨਾਂ ਨੇ ਕਮਾਂਡਰ ਇਨ ਚੀਫ ਕੈਨੇਡਾ ਦੀ ਫੋਰਸ ਦਾ ਸਿਰਫ ਤੇ ਸਿਰਫ ਕੁਈਨ ਹੈ, ਹੈਡ ਆਫ ਸਟੇਟ ਹੁੰਦਾ ਹੈ ਕਮਾਂਡਰ ਇਨ ਚੀਫ। ਹਾਂਜੀ। ਇਹ ਰਿਜ਼ਰਵ ਬਟਾਲੀਅਨ ਦੇ ਲੈਫਟੀਨੈਂਟ ਕਰਨਲ ਹੁੰਦੇ ਸੀ। ਅਸਲੀ ਜੌਬ ਸੀਗੀ ਇਹਨਾਂ ਦੀ ਕਾਂਸਟੇਬਲ ਦੀ। ਤੇ ਇੱਕ ਕਾਂਸਟੇਬਲ ਜਿਹੜਾ ਕਿ ਰਿਜ਼ਰਵ ਬਟਾਲੀਅਨ ਦੇ ਵਿੱਚ ਮੇਜਰ ਆ, ਉਹਨਾਂ ਨੂੰ ਚਲੋ ਜਾਣ ਦਾ ਮੌਕਾ ਮਿਲਿਆ ਕਿ ਇਹਨਾਂ ਨੇ ਦਾੜੀ ਰੱਖੀ ਸੀ, ਇਹਨਾਂ ਦੇ ਪੱਗ ਬੰਨੀ ਸੀ, ਤਾਂ ਇਹ ਇਹਨਾਂ ਤੋਂ ਜਸੂਸੀ ਕਰਾਉਂਦੇ ਸੀ ਉੱਥੇ, ਕਿਉਂਕਿ ਤਾਲਿਬਾਨ ਵਰਗੇ ਲੱਗਦੇ ਸੀ, ਤੇ ਉਹ ਕੰਧਾਰ ਦੇ ਵਿੱਚ ਇਹਨਾਂ ਨੂੰ ਜਸੂਸੀ ਦਾ ਮੌਕਾ ਮਿਲਿਆ ਸੀ। ਤੇ ਉੱਥੋਂ ਇਹ ਜਾ ਕੇ ਦਿੱਲੀ ਦੇ ਵਿੱਚ ਬਿਆਨ ਦੇ ਦਿੱਤਾ ਕਿ ਮੈਂ ਸਾਰੀ ਸਟ੍ਰੈਟਜੀ ਬਣਾਈ ਸੀ। ਹਾਂਜੀ, ਕਾਫੀ ਵਿਵਾਦ ਹੋਇਆ। ਉਹਦਾ ਵਿਵਾਦ ਇਹਦਾ ਹੋਇਆ ਕਿ ਜਿਹੜੇ ਵੱਡੇ ਵੱਡੇ ਜਰਨੈਲ ਬੈਠੇ ਆ ਜਿਨ੍ਹਾਂ ਨੇ ਸਟ੍ਰੈਟਜੀ ਬਣਾਈ ਹੈ, ਉਹ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ ਕਦੇ ਕਮਰੇ 'ਚ ਨਹੀਂ ਵੜਨ ਦਿੰਦੇ। ਇਦਾਂ ਇੱਕ ਰਿਜ਼ਰਵ ਬਟਾਲੀਅਨ ਦੇ ਮੇਜਰ ਨੂੰ ਕੋਈ ਜਿਹੜੇ ਜਨਰਲ ਆ ਉਹ ਤਾਂ ਕਮਰੇ 'ਚ ਨਹੀਂ ਵੜਨ ਦਿੰਦੇ ਜਿੱਥੇ ਉਹ ਡਿਸਕਸ਼ਨ ਕਰਦੇ ਆ, ਤੇ ਉੱਥੇ ਜਾ ਕੇ ਉਹ ਬੰਦਾ ਕਹੇ ਕਿ ਮੈਂ ਉਹ ਸਟ੍ਰੈਟਜੀ ਬਣਾਈ ਹੈ ਸਾਰੀ, ਤੇ ਉਹਦੇ ਵਿੱਚ ਕਾਫੀ ਮਤਲਬ ਉਦੋਂ ਵਿਵਾਦ ਹੋਇਆ ਸੀ, ਚਰਚਾ ਵੀ ਹੋਈ ਇਸ ਦੀ। ਹਾਂਜੀ। ਤੇ ਬਹੁਤੇ ਲੋਕਾਂ ਨੂੰ, ਪੰਜਾਬੀਆਂ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਸੀ ਕਿ ਇਹ ਰਿਜ਼ਰਵ ਦੇ ਹੀ ਮੇਜਰ ਸੀਗੇ, ਆਮ ਜਿਹੜੀ ਰੈਗੂਲਰ ਬਟਾਲੀਅਨ ਹੁੰਦੀ ਉਹਨਾਂ ਦੇ ਮੇਜਰ ਨਹੀਂ ਸੀ। ਤੇ ਵੈਸੇ ਇਹਨਾਂ ਦੀ ਫੁੱਲ ਟਾਈਮ ਜੌਬ ਹੈ ਜਿਹੜੀ ਉਹ ਕਾਂਸਟੇਬਲ ਸੀਗੇ ਪੁਲਿਸ ਦੇ ਵਿੱਚ। ਇੱਕ ਪੁਲਿਸ ਕਾਂਸਟੇਬਲ ਡਿਫੈਂਸ ਮਿਨਿਸਟਰ ਬਣ ਕੇ ਇਹ ਗੱਲ ਕਹਿ ਰਿਹਾ ਕਿ ਇਹ ਸਟ੍ਰੈਟਜੀ ਮੈਂ ਬਣਾਈ ਹੈ। ਤੇ ਹੁਣ ਅਨੀਤਾ ਆਨੰਦ ਹੋਣੀ ਜਿਹੜੇ ਆ ਉਹ ਲਾਇਰ ਆ, ਵੈਸੇ ਉਹ ਪੜ੍ਹੇ ਲਿਖੇ ਆ ਵੈਸੇ। ਹਾਂਜੀ। ਤੇ ਉਹਨਾਂ ਦਾ ਤਜਰਬਾ ਕੋਈ ਨਹੀਂ ਹੋਣਾ, ਪਰ ਮਿਨਿਸਟਰੀ ਡਿਫੈਂਸ ਦੀ ਦੇਤੀ ਜੇ 'ਚ ਇਹ ਪ੍ਰੋਬਲਮ ਹੁੰਦੀ ਆ। ਇੱਕ ਤਾਂ ਉਹਨਾਂ ਦੇ ਕੋਈ ਨਾ ਕੋਈ ਕੇਸ ਆਉਂਦਾ ਹੀ ਰਹਿੰਦਾ, ਜਿੱਦਾਂ ਸਕੁਆਇਰਮੈਂਟ ਦੇ ਵਿੱਚ ਆ ਗਿਆ, ਰੇਸਿਜ਼ਮ ਦਾ ਕੇਸ ਆ ਗਿਆ, ਸੈਕਸ਼ੂਅਲ ਹੈਰੈਸਮੈਂਟ ਦਾ ਕੇਸ ਆ ਗਿਆ। ਉਹਨਾਂ ਦਾ ਕਲਚਰ ਹੀ ਉਹੋ ਜਿਹਾ ਹੈ ਜਿਹੜਾ ਕਿ ਹਾਲੇ ਦੂਰ ਹੋਣਾ ਨਹੀਂ ਜੇ ਉਹਨਾਂ ਦੇ ਮੇਜਰ ਰਿਫਾਰਮਸ ਨਾ ਕੀਤੀ ਗਈ, ਕਿਉਂਕਿ ਮਿਲਟਰੀ ਦਾ ਜਿਹੜਾ ਕਲਚਰ ਹੈ ਉਹ ਬਹੁਤ ਪੁਰਾਣਾ, ਥੋੜਾ ਮੇਲ ਸ਼ੋਵਨਿਸਟ ਬਣਿਆ ਹੈ। ਪਹਿਲਾਂ ਤਾਂ ਫੀਮੇਲਸ ਨੂੰ ਲੈਂਦੇ ਹੀ ਨਹੀਂ ਹੁੰਦੇ, ਹੁਣ ਉਹਨੂੰ ਜੇ ਆਪਣੇ ਆਰਮੀ, ਨੇਵੀ, 에ਅਰ ਫੋਰਸ ਦੇ ਵਿੱਚ ਰੱਖਦੇ ਆ ਤਾਂ ਉਹਨਾਂ ਦੇ ਨਾਲ ਸੈਕਸ਼ੂਅਲ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਹਾਂਜੀ। ਇਹ ਇਹਨਾਂ ਦਾ ਕਲਚਰ ਹੀ ਬਣਿਆ ਹੈ, ਤਾਂ ਉਹਨੂੰ ਕਿੱਦਾਂ ਦੂਰ ਕਰਨਾ ਹੈ, ਇਹ ਇੱਕ ਮਾਰਕੇ ਦੀ ਗੱਲ ਹੋਊਗੀ ਕਿਸੇ ਨੂੰ, ਕਿਸੇ ਮਿਨਿਸਟਰ ਨੂੰ, ਉਹ ਕਹਿੰਦੇ ਕਿ ਅਸੀਂ ਹੁਣ ਸਿਵਿਲੀਅਨ ਲੋਕਾਂ ਨੂੰ ਕਹਾਂਗੇ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ। ਹੁਣ ਇਹਦੇ ਵਿੱਚ ਇੱਕ ਆਰਮੀ ਦਾ ਕਲਚਰ ਹੈ ਵੈਸੇ ਕਿ ਜਦੋਂ ਤੁਸੀਂ ਬਾਹਰੋਂ ਬੰਦਾ ਲਿਆਉਣੇ ਆ ਨਾ ਕਿ ਇਨਵੈਸਟੀਗੇਸ਼ਨ ਕਰੂਗਾ, ਤਾਂ ਫਿਰ ਇਹ ਕਲੋਜ਼ ਕਰ ਲੈਂਦੇ ਆਪਣੇ ਰੈਂਕਸ ਵੀ ਇਹਨੂੰ ਦੱਸਣਾ ਕੁਛ ਨਹੀਂ। ਤੇ ਉਹ ਵੱਡੀ ਗੱਲ ਇਹ ਹੋ ਜਾਂਦੀ ਕਿ ਉਹ ਇਨਵੈਸਟੀਗੇਸ਼ਨ ਕਾਹਦੀ ਕਰੂਗਾ ਜੇ ਬੰਦੇ ਦੱਸਦੇ ਹੀ ਨਹੀਂ ਕੁਛ। ਬਾਕੀ ਦੇ ਜਿਹੜੇ, ਜੇ ਮੈਂ ਵਿਕਟਮ ਆ ਆਰਮੀ ਦੇ ਵਿੱਚ, ਤੇ ਅਨਲੈਸ ਵੀ ਮੈਂ ਸਾਰਿਆਂ ਦਾ ਚੀਫ ਆਫ ਸਟਾਫ ਆ, 4 ਸਟਾਰ ਜਨਰਲ ਆ, ਤਾਂ ਮੈਂ ਤਾਂ ਬੋਲ ਸਕਦਾ, ਪਰ ਥੱਲੇ ਵਾਲੇ ਸਾਰੇ ਚੇਨ ਆਫ ਕਮਾਂਡ ਦੇ ਵਿੱਚ ਬੋਲਦੇ ਆ। ਜਿਹੜਾ ਵੀ ਇੱਕ ਸੋਲਜਰ ਆ ਉਹ ਤੇ ਕਾਰਪੋਰਲ ਪਿਆ ਆ, ਕਾਰਪੋਰਲ ਦੇ ਉੱਤੇ ਸਾਰਜੈਂਟ ਪਿਆ ਆ, ਫਿਰ ਵਾਰੰਟ ਆਫੀਸਰ ਆ, ਫਿਰ ਕਮਿਸ਼ਨਡ ਆਫੀਸਰਸ ਆ ਜਾਂਦੇ ਨੇ, ਲੈਫਟੀਨੈਂਟ ਤੋਂ ਕੈਪਟਨ, ਮੇਜਰ, ਕਰਨਲ, ਬ੍ਰਿਗੇਡੀਅਰ, ਹਰ ਇੱਕ ਬੰਦਾ ਕਮਾਂਡ ਦੇ ਥੱਲੇ ਆ। ਉਹ ਡਰਦਾ ਮਾਰਾ ਹੀ ਨਹੀਂ ਬੋਲਦਾ ਕਿ ਮੈਂ ਕੁਝ ਕਹਿਤਾ ਤਾਂ ਮੇਰੇ ਉੱਪਰੋਂ ਕੋਈ ਨਾ ਕੋਈ ਪ੍ਰੈਸ਼ਰ ਪਾਉਣਗੇ। ਇਸ ਕਲਚਰ ਨੂੰ ਸਮਝਣਾ, ਇਸ ਕਲਚਰ ਨੂੰ ਇਨਵੈਸਟੀਗੇਸ਼ਨ ਕਰਨੀ,
ਔਰ ਦੂਸਰਾ ਇੱਕ ਉਸ ਮੁਲਕ ਵੱਲੋਂ ਜਿਹਦੇ ਸਿਰ ਡੈਫਿਸਿਟ ਵਾਲਾ ਬਹੁਤ ਵੱਡਾ ਡੈਫਿਸਿਟ ਹੋਵੇ ਔਰ ਉਹਨਾਂ ਦੇ ਕੋਲ ਅਫੋਰਡ ਹੀ ਨਾ ਹੋਵੇ ਕਿ ਅਸੀਂ ਆਪਣੀ ਮਿਲਟਰੀ ਨੂੰ, ਆਰਮੀ ਨੂੰ, 에ਅਰ ਫੋਰਸ ਨੂੰ, ਨੇਵੀ ਨੂੰ ਅਪਗ੍ਰੇਡ ਕਰ ਸਕੀਏ, ਤਾਂ ਦੂਸਰਿਆਂ ਦੀ ਮਦਦ ਲਈ ਡੀਂਗਰਾਂ ਮਾਰਨੀਆਂ ਕਿ ਅਸੀਂ ਯੂਕਰੇਨ ਨੂੰ ਆਹ ਕਰ ਦੇਵਾਂਗੇ। ਫਿਰ ਹੁਣ ਹਾਲੇ ਲੜਾਈ ਲੱਗੀ ਆ ਉਹਨਾਂ ਦੀ, ਤੇ ਕੋਈ ਜ਼ਿਆਦਾ ਨਹੀਂ ਇਹ ਨਹੀਂ ਕੀਤਾ ਕਿ ਕੈਨੇਡਾ ਨੇ ਮਿਸਲਾਂ ਦੇਤੀਆਂ ਉਹਨਾਂ ਨੂੰ। ਕੈਨੇਡਾ ਨੇ ਥੋੜੇ ਬਹੁਤੇ ਹਥਿਆਰ ਹੀ ਦਿੱਤੇ ਉਹਨਾਂ ਨੂੰ, ਪਰ ਹੁਣ ਇਹ ਮਿਨਿਸਟਰ ਆਨੰਦ ਵੱਲੋਂ ਇੰਟਰਵਿਊ 'ਚ ਕਹਿਣਾ ਕਿ ਸਾਡੇ ਤੋਂ ਤਾਂ ਹਥਿਆਰ ਹੀ ਮੁੱਕ ਚੱਲੇ, ਸਾਡੇ ਤੋਂ ਆਪਣੀ ਜਿਹੜੀ ਮਿਲਟਰੀ ਹੈ ਉਹਦੇ ਲਈ ਹਥਿਆਰ ਹੈ ਨਹੀਂਗੇ। ਤੇ ਇਹ ਇੱਕ ਹਾਸੋਣੀ ਵੀ ਹੈ ਤੇ ਸੀਰੀਅਸ ਗੱਲ ਵੀ ਹੈ। ਹਾਂਜੀ, ਬਿਲਕੁਲ ਸੀਰੀਅਸ ਦੇ ਨਾਲ ਕਿਉਂਕਿ ਇੱਕ ਆਪਾਂ ਡਿਫੈਂਸ ਮਿਨਿਸਟਰ ਦੇ ਵੱਲੋਂ ਇਹੋ ਜਿਹੀ ਕੋਈ ਸਟੇਟਮੈਂਟ ਆਉਣੀ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਪੈਦਾ ਕਰਦੀ ਆ। ਡਾਕਟਰ ਸਾਹਿਬ, ਹੁਣ ਰੁਕ ਕਰਦੇ ਆਪਾਂ ਅਗਲੀ ਖਬਰ ਵੱਲ। ਇੰਟਰਨੈਸ਼ਨਲ ਮਨੀ ਫੰਡ ਨੇ ਪਾਕਿਸਤਾਨ ਨੂੰ ਪੁੱਛਿਆ ਕਿ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਐਲਾਨੇ $1.2 ਬਿਲੀਅਨ ਦੇ ਸਬਸਿਡੀ ਪੈਕੇਜ ਨੂੰ ਅਰੇਂਜ ਕਿਸ ਤਰ੍ਹਾਂ ਕਰਨਗੇ। ਇਮਰਾਨ ਖਾਨ ਹੁਣੀ ਫਸ ਗਿਆ ਲੱਗਦੇ ਆ। ਹਾਂਜੀ, ਇਮਰਾਨ ਖਾਨ ਜਦੋਂ 2018 ਦੇ ਵਿੱਚ ਪ੍ਰਾਈਮ ਮਿਨਿਸਟਰ ਬਣਿਆ, ਉਸ ਵੇਲੇ ਵੀ ਪਹਿਲਾਂ ਧਾਂਦਲੀਆਂ ਦਾ ਰੌਲਾ ਪੈ ਗਿਆ ਸੀ ਕਿ ਮਿਲਟਰੀ ਚਾਹੁੰਦੀ ਹੈ ਕਿ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਬਣਨ ਪੀਟੀਆਈ ਦੇ, ਤੇ ਨਵਾਜ਼ ਸ਼ਰੀਫ ਦੇ ਉਹ ਖਿਲਾਫ ਸੀ। ਨਵਾਜ਼ ਸ਼ਰੀਫ ਉਹਨਾਂ ਤੇ ਮੁਕੱਦਮੇ ਵੀ ਚਲਾਏ, ਫਿਰ ਉਹ ਬਹਾਨਾ ਬਣਾ ਕੇ ਕਿ ਮੈਨੂੰ ਬਿਮਾਰੀ ਆ ਇਸ ਕਰਕੇ ਉਹ ਨੱਠ ਗਏ, ਉਹ ਲੰਡਨ ਬੈਠੇ ਨੇ। ਹਾਂਜੀ, ਤੇ ਹੁਣ ਫਰਾਈਡੇ ਨੂੰ ਇਸ ਵੇਲੇ ਜਦੋਂ ਜੁਮੇ ਵਾਲੇ ਦਿਨ ਹਾਂਜੀ ਇੱਕ ਵੋਟ ਆਫ ਨਾਨ ਕੌਨਫੀਡੈਂਸ ਆ ਰਿਹਾ ਉੱਥੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਜੀ। ਉਸ ਵੋਟ ਆਫ ਨਾਨ ਕੌਨਫੀਡੈਂਸ ਦੇ ਵਿੱਚ ਪਹਿਲਾਂ ਤਾਂ ਲੱਗਦਾ ਸੀ ਕਿ ਕਿਉਂਕਿ 342 ਮੈਂਬਰ ਹੈ ਟੋਟਲ ਇਹਨਾਂ ਦੇ, ਇਮਰਾਨ ਖਾਨ ਦੀ ਪੀਟੀਆਈ ਪਾਰਟੀ ਤੇ ਨਾਲ ਉਹਨਾਂ ਦੀਆਂ ਜਿਹੜੀਆਂ ਸਾਥੀ ਪਾਰਟੀਆਂ ਨੇ, ਇਹਨਾਂ ਦੇ ਕੁੱਲ ਮਿਲਾ ਕੇ 179 ਮੈਂਬਰ ਬਣਦੇ ਸੀ। ਸੋ ਕੰਫਰਟੇਬਲ ਮੈਜੋਰਟੀ ਸੀ ਇਹਨਾਂ ਦੀ। ਹੁਣ ਪਤਾ ਲੱਗਾ ਕਿ ਨਵਾਜ਼ ਸ਼ਰੀਫ ਦੀ ਪਾਰਟੀ ਤੇ ਪੀਪੀਪੀ ਨੇ ਰਲ ਕੇ ਉਹਨਾਂ ਨੇ ਕਰਾਚੀ ਦੇ ਵਿੱਚ ਬਿਠਾ ਲਿਆ ਕੁਝ ਬੰਦੇ ਜਿਹੜੇ ਉਹਨਾਂ ਦੇ ਕੋਲ ਪੈਸਾ ਬੜਾ ਆ। ਨਵਾਜ਼ ਸ਼ਰੀਫ ਬੜੇ ਅਮੀਰ ਬੰਦੇ ਨੇ, ਉਹ ਬਿਲੀਅਨਰ ਹੈ ਐਕਚੁਅਲੀ, ਪੈਸੇ ਦੇ ਬੜਾ ਤਕੜਾ। ਪਿੱਛੋਂ ਇਹ ਇੱਥੋਂ ਅੰਮ੍ਰਿਤਸਰ ਤੋਂ ਉੱਠ ਕੇ ਗਏ ਨੇ, ਇਹਨਾਂ ਦੀ ਫਿਰ ਕਿਤੇ ਗੱਲ ਕਰਾਂਗੇ। ਪਰ ਉਹਨਾਂ ਨੇ ਕਿਤੇ ਐਮਪੀਜ਼ ਦੀ ਅੱਜ ਕੱਲ੍ਹ ਕੀਮਤ ਵੀ ਕਾਫੀ ਵਧੀ ਹੈ ਪਾਕਿਸਤਾਨ ਦੇ ਵਿੱਚ। ਦੂਸਰਾ ਉੱਥੇ ਪ੍ਰੋਬਲਮ ਇਨਫਲੇਸ਼ਨ ਤਾਂ ਹੈਗੀ ਸਾਰੀ ਦੁਨੀਆ ਦੇ ਵਿੱਚ ਹੀ, ਹਾਂਜੀ, ਪਰ ਪਾਕਿਸਤਾਨ ਦੇ ਵਿੱਚ ਜ਼ਿਆਦਾ ਹੀ ਹੈ ਥੋੜੀ ਜਿਹੀ। ਸੋ ਆਮ ਆਦਮੀ ਬੰਦੇ ਗੱਲਾਂ ਕਰਦੇ ਆ ਕਿ ਹਰ ਚੀਜ਼ ਮਹਿੰਗੀ ਹੋ ਰਹੀ ਹੈ, ਤੇ ਇਮਰਾਨ ਖਾਨ ਨੇ ਥੋੜੀ ਜਿਹੀ ਕਹਿੰਦੇ ਹੁੰਦੇ ਜ਼ਖਮਾਂ ਤੇ ਲੂਣ ਵੀ ਪਾਤਾ। ਉਹਨਾਂ ਨੇ ਕਹਿਤਾ ਕਿ ਮੈਨੂੰ ਤੁਸੀਂ ਪ੍ਰਾਈਮ ਮਿਨਿਸਟਰ ਬਣਾਇਆ ਸੀ ਵੀ ਮੈਂ ਆਲੂ ਤੇ ਟਮਾਟਰਾਂ ਦੀ ਕੀਮਤ ਜਾਣ ਕੇ ਉਹ ਉਸ ਗੱਲ ਕਰਕੇ ਜਿਹੜਾ ਜ਼ਿਆਦਾ ਰੌਲਾ ਪੈ ਗਿਆ। ਮਜ਼ਾਕ ਲੋਕੀ ਕਰਦੇ ਆ ਕਿ ਆਲੂ ਟਮਾਟਰਾਂ ਵਾਲਾ ਪ੍ਰਾਈਮ ਮਿਨਿਸਟਰ ਹੋਣਗੇ। ਤੇ ਫਿਰ ਉਹਨਾਂ ਨੇ ਹੁਣ ਅਨਾਉਂਸਮੈਂਟ ਕਰ ਦਿੱਤੀ ਕਿ ਅਸੀਂ ਸਬਸਿਡੀ ਦੇਣੀ ਹੈ। ਹੁਣ ਰੁਪਈਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਬਸਿਡੀ ਹੈ, ਕਿਉਂਕਿ ਪੈਟਰੋਲ ਮਹਿੰਗਾ ਹੋਇਆ, ਐਨਰਜੀ ਦੇ ਸਾਰੇ ਬਿੱਲ ਮਹਿੰਗੇ ਹੋਏ ਆ, ਲੋਕੀ ਦੁਖੀ ਆ। ਤੇ ਉਹਨਾਂ ਨੂੰ ਖੁਸ਼ ਕਰਨ ਲਈ ਇਹਨਾਂ ਨੇ 1.2 ਬਿਲੀਅਨ ਅਮਰੀਕਨ ਡਾਲਰਸ, ਤੇ ਉਹਦੇ ਤੇ IMF ਵਾਲੇ ਜਿਹੜੇ ਇੰਟਰਨੈਸ਼ਨਲ ਮੋਨਿਟਰੀ ਫੰਡ ਆ, ਉਹ ਹਾਲੇ ਇਹਨਾਂ ਨੇ ਰਿਕੁਐਸਟ ਕੀਤੀ ਸੀ 2019 ਦੇ ਵਿੱਚ $6 ਬਿਲੀਅਨ ਲੈਣ ਦੀ ਕਿ ਸਾਨੂੰ ਬੈਲੈਂਸ ਆਫ ਪੇਮੈਂਟਸ ਦੀ ਪ੍ਰੋਬਲਮ ਹੈ। ਉਹ ਕਹਿੰਦੇ ਉਹ ਅਸੀਂ ਤਾਂ ਪੈਸੇ ਹਾਲੇ ਉਹਨਾਂ ਨੇ ਮੀਟਿੰਗ ਦਿੱਤੇ ਨਹੀਂ, ਹਾਲੇ ਪੈਸੇ ਮੀਟਿੰਗ ਵੈਸੇ ਕਰ ਰਹੇ ਹੁਣ। ਤੇ ਪਹਿਲਾਂ ਉਹ ਕਹਿੰਦੇ ਸਾਨੂੰ ਇਹ ਦੱਸੋ ਕਿ ਸਾਡੇ ਤੋਂ ਤੁਸੀਂ ਪੈਸੇ ਮੰਗਦੇ ਆ ਕਿ ਬੈਲੈਂਸ ਆਫ ਪੇਮੈਂਟਸ ਦੇ ਵਿੱਚ ਪ੍ਰੋਬਲਮ ਹੈ, ਤਾਂ ਤੁਸੀਂ ਸਬਸਿਡੀ ਦੇਣ ਲੱਗੇ ਆ 1.2 ਬਿਲੀਅਨ ਦੀ। ਇਹ ਪੈਸੇ ਲਿਆਉਣੇ ਕਿੱਥੋਂ ਆ ਜੀ? ਤੇ ਹੁਣ ਉਹ ਹੋਰ ਬਾਦ ਦੇ ਵਿੱਚ ਫਸ ਗਏ ਇੰਟਰਨੈਸ਼ਨਲੀ ਵੀ। ਅੱਛਾ, ਇਹ IMF ਵਾਲੇ ਤਾਂ ਅਮਰੀਕਾ, ਕਿਉਂਕਿ ਅਮਰੀਕਨ ਤੇ ਵੈਸਟਰਨ ਯੂਰਪੀਅਨ ਇੰਸਟੀਚਿਊਟ ਜਿਹੜੀਆਂ ਕੰਟਰੋਲ ਕਰਦੇ ਆ, ਵਰਲਡ ਬੈਂਕ ਤੇ IMF, ਉਹ ਇਸ ਕਰਕੇ ਵੀ ਦੁਖੀ ਆ ਕਿ ਇਹ ਰਸ਼ੀਆ ਵਾਲਿਆਂ ਦੇ ਪਹਿਲਾਂ ਤਾਂ ਪਿਊਟਨ ਨੂੰ ਮਿਲ ਕੇ ਆਏ ਇਮਰਾਨ ਖਾਨ, ਤੇ ਇਹਨਾਂ ਨੇ ਜਿੱਦਾਂ ਇੰਡੀਆ ਨੇ ਸਟੈਂਡ ਲਿਆ ਨਾ ਕਿ ਰਸ਼ੀਆ ਨੂੰ ਨਖੇਦੀ ਨਹੀਂ ਕੀਤੀ ਯੂਕਰੇਨ ਤੇ ਹਮਲੇ ਦੀ, ਇਦਾਂ ਹੀ ਪਾਕਿਸਤਾਨ ਨੇ ਨਹੀਂ ਕੀਤੀ। ਕਿਉਂਕਿ ਪਾਕਿਸਤਾਨ ਜਿਹੜੇ ਉਹਨਾਂ ਦੇ ਰਿਲੇਸ਼ਨ ਕਲੋਜ਼ ਹੈ ਇਸ ਵੇਲੇ, ਉਹ ਚਾਈਨਾ ਦੇ ਨਾਲ ਨੇ, ਚਾਈਨਾ ਵਾਲੇ ਨਾਲ ਖੜੇ ਆ ਰਸ਼ੀਆ ਵਾਲਿਆਂ ਦੇ।
ਸੋ ਇਸ ਕਰਕੇ ਉਹਨਾਂ ਨੇ ਸਕੰਜਾ ਥੋੜਾ ਜਿਹਾ ਜ਼ਿਆਦਾ ਕੱਸਿਆ। ਪਰ ਫਰਾਈਡੇ ਇਹ ਕਿਉਂਕਿ ਉਹਨਾਂ ਦੇ ਕੁਝ ਐਮਪੀ ਖਬਰਾਂ ਇਦਾਂ ਆ ਰਹੀਆਂ ਕਿ ਉਹਨਾਂ ਦੇ ਕੁਝ ਐਮਪੀ ਵਿਕ ਗਏ ਉੱਥੇ, ਉਹਨਾਂ ਨੇ ਖਰੀਦ ਲਏ। ਪਰ ਹੁਣ ਇਮਰਾਨ ਖਾਨ ਦੀ ਕੱਲ ਮੈਂ ਸਟੇਟਮੈਂਟ ਪੜ੍ਹਦਾ ਸੀ ਕਿ ਉਹ ਕਹਿੰਦੇ ਕਿ ਨਹੀਂ, ਅਸੀਂ ਪੈਸੇ ਤਾਂ ਨਹੀਂ ਦੇ ਸਕਦੇ ਇਹਨਾਂ ਨੇ ਐਮਪੀ ਨੂੰ, ਪਰ ਜੇ ਉਹ ਆ ਜਾਣ ਸਾਡੀ ਪਾਰਟੀ 'ਚ ਮੁੜ ਕੇ ਤਾਂ ਫਿਰ ਅਸੀਂ ਉਹਨਾਂ ਦੇ ਬਦਲਾਖੋਰੀ ਕੋਈ ਨਹੀਂ ਕਰਾਂਗੇ। ਪੈਸੇ ਤਾਂ ਉਹਨਾਂ ਦੇ ਕੋਲ ਵੀ ਹੋਣੇ ਆ, ਇੱਕ ਗੌਰਮੈਂਟ ਆ, ਇੰਨੀ ਪੈਸਾ ਉਹਨਾਂ ਦੇ ਕੋਲ, ਐਡਾ ਬਜਟ ਆ, ਉਹ ਦੇ ਸਕਦੇ ਨੇ, ਦਿੱਤੇ ਵੀ ਹੋਣੇ ਆ ਮੇਰਾ ਖਿਆਲ, ਪਰ ਸਾਨੂੰ ਨਹੀਂ ਉਹਨਾਂ ਨੇ ਦੱਸਣਾ। ਇਹ ਇਸ ਗੱਲ ਕਰੀਏ ਉਹ ਫਸ ਗਏ ਆ। ਇਸ ਫਰਾਈਡੇ ਪਤਾ ਲੱਗਣਾ ਕਿ ਵੈਸੇ ਤਾਂ ਅਜੇ ਤਕਰੀਬਨ 1.5 ਸਾਲ ਪਿਆ ਆ। ਅਗਸਤ 2023 ਨੂੰ ਇਲੈਕਸ਼ਨ ਹੈ ਪਾਕਿਸਤਾਨ ਦੇ ਵਿੱਚ, ਪਰ ਜੇ ਬੇਭਰੋਸਗੀ ਦਾ ਮਤਾ ਹੁਣ ਪਾਸ ਹੋ ਜਾਂਦਾ ਤੇ ਹੁਣ ਇਲੈਕਸ਼ਨ ਹੋ ਜਾਂਦੀ ਆ, ਇਸ ਵੇਲੇ ਜਿਹੜਾ ਪਾਕਿਸਤਾਨ ਦੇ ਵਿੱਚ ਓਪੀਨੀਅਨ ਪੋਲ ਸਾਰੇ ਦੱਸ ਰਹੇ ਆ, ਨਵਾਜ਼ ਸ਼ਰੀਫ ਦੀ ਪਾਰਟੀ ਦੇ ਜਿੱਤਣ ਦੇ ਚਾਂਸ ਆ ਜੀ, ਇਮਰਾਨ ਖਾਨ ਦੀ ਪਾਰਟੀ ਦੇ ਬੁਰੇ ਹਾਲ ਹੋਣੇ ਆ। ਪਿਛਲੀ ਵਾਰੀ ਵੀ ਜਿਹੜੀਆਂ ਇਹਨਾਂ ਦੇ ਧਾਂਦਲੀ ਦੇ ਦੋਸ਼ ਲੱਗਦੇ ਸੀ ਕਿ ਆਰਮੀ ਨੇ ਇਲੈਕਸ਼ਨ ਕਮਿਸ਼ਨ ਨੂੰ ਜ਼ੋਰ ਪਾਇਆ ਸੀ ਕਿ ਤੁਸੀਂ, ਆਰਮੀ ਦੀ ਚੱਲਦੀ ਆ ਉੱਥੇ, ਕਿ ਤੁਸੀਂ ਇਮਰਾਨ ਖਾਨ ਨੂੰ ਜਿਤਾਉਣਾ ਹੈ। ਜਿਹੜੇ ਤਾਂ ਐਮਪੀਜ਼ ਉੱਥੇ ਕੋਈ 10,000 ਤੇ ਜਿੱਤਣ ਵਾਲਾ, ਕੋਈ 15,000 ਤੇ, ਉਹਨਾਂ ਨੂੰ ਤਾਂ ਨਹੀਂ ਕੁਝ ਕਰ ਸਕਦੇ ਸੀ। ਜਿਹੜਾ ਕੈਂਡੀਡੇਟ ਪੀਟੀਆਈ ਦਾ ਜਿਹਦਾ 300 ਵੋਟਾਂ ਤੇ ਜਿੱਤ ਗਿਆ, 500 ਵੋਟਾਂ ਤੇ ਜਿੱਤ ਗਿਆ, ਉੱਥੇ ਰੌਲਾ ਪਿਆ ਕਿ ਇਹਨਾਂ ਨੇ ਆਪਣੇ ਵਿਰੋਧੀਆਂ ਦੀਆਂ ਵੋਟਾਂ ਰਿਜੈਕਟ ਬਹੁਤ ਕੀਤੀਆਂ। ਜਿੱਦਾਂ ਦੇ ਤੁਸੀਂ 500 ਵੋਟਾਂ ਤੇ ਹਰੇ ਹੋਵੋ ਤਾਂ ਤੁਹਾਡੀਆਂ 1000 ਵੋਟਾਂ ਰਿਜੈਕਟ ਕਰ ਦੇਵੇ ਇਲੈਕਸ਼ਨ ਵਾਲੇ, ਤੇ ਇਹਦਾ ਮਤਲਬ ਹੇਰਾਫੇਰੀ ਹੋਈ ਹੈ ਨਾ ਕਿਤੇ ਨਾ ਕਿਤੇ। ਹਾਂਜੀ। ਤੇ ਇਸ ਕਰਕੇ ਬਹੁਤੀਆਂ ਇਹਨਾਂ ਦੀਆਂ ਸੀਟਾਂ ਸੀ ਜਿਹੜੀਆਂ 500-600 ਵੋਟਾਂ ਨਾਲ ਹੀ ਜਿੱਤੇ ਆ, ਜਿੱਥੇ ਦੂਜਿਆਂ ਬੰਦੇ ਦੀਆਂ ਵੋਟਾਂ ਜ਼ਿਆਦਾ ਰਿਜੈਕਟ ਕੀਤੀਆਂ ਸੀ। ਹੁਣ ਕੀ ਇਹ ਗੱਲ ਦੁਹਰਾ ਸਕਦੇ ਜਾਂ ਨਹੀਂ ਦੁਹਰਾ ਸਕਦੇ, ਇਹ ਔਖਾ ਹੈ ਕਹਿਣਾ, ਪਰ ਇਸ ਵੇਲੇ ਓਪੀਨੀਅਨ ਪੋਲਸ ਇਹੀ ਕਹਿੰਦੇ ਆ ਕਿ ਇਮਰਾਨ ਖਾਨ ਨੇ ਬੁਰੀ ਤਰ੍ਹਾਂ ਹਾਰਨਾ ਹੈ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM, ਤੁਹਾਡਾ ਆਪਣਾ ਰੇਡੀਓ ਸਟੇਸ਼ਨ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ 1110 AM ਤੇ ਦੁਨੀਆ ਭਰ 'ਚ ਪ੍ਰੋਗਰਾਮ ਸੁਣਨ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ radioindia.ca। ਸਟੂਡੀਓ ਦਾ ਨੰਬਰ ਹੈ 6045929191 6045929191। ਡਾਕਟਰ ਸਾਹਿਬ, ਰੁਕ ਕਰਦੇ ਹਾਂ ਹੁਣ ਆਪਾਂ ਅਗਲੀ ਖਬਰ ਵੱਲ। ਜਾਪਾਨ ਦੇ ਪ੍ਰਧਾਨ ਮੰਤਰੀ ਭਾਰਤ ਦੇ 2 ਰੋਜ਼ਾ ਦੌਰੇ ਤੇ ਸਨ। ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਬਾਰੇ ਜਾਂ ਫਿਰ ਜਾਪਾਨ ਦੇ ਪ੍ਰਧਾਨ ਮੰਤਰੀ ਦੇ 2 ਰੋਜ਼ਾ ਦੌਰੇ ਦੇ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਦੇਖੋ, ਇਹਨਾਂ ਨੇ ਅਮਰੀਕਾ ਵਾਲਿਆਂ ਨੇ ਵੈਸੇ ਭੇਜਿਆ ਲੱਗਦਾ ਉਹਨੂੰ ਜਾਪਾਨ ਦੇ ਪ੍ਰਾਈਮ ਮਿਨਿਸਟਰ, ਕਿਉਂਕਿ ਇੱਕ ਇਹਨਾਂ ਦੀ ਆਰਗੇਨਾਈਜੇਸ਼ਨ ਬਣਾਈ ਆ, ਕੁਆਡ ਨੇਸ਼ਨਜ਼ ਉਹਨੂੰ ਕਹਿੰਦੇ ਆ, US, ਇੰਡੀਆ, ਜਾਪਾਨ ਤੇ ਆਸਟ੍ਰੇਲੀਆ। ਇਹ ਸਿਰਫ ਤੇ ਸਿਰਫ ਚਾਈਨਾ ਦੇ ਖਿਲਾਫ ਬਣਾਏ ਆ। ਜਿਹੜੇ ਵੀ ਚਾਈਨਾ ਦੇ ਖਿਲਾਫ ਹੈ ਉਹ ਸਾਰੇ ਇਕੱਠੇ ਹੋਏ ਆ। ਔਰ ਜਾਪਾਨ ਦਾ ਇੰਡੀਆ ਦੇ ਨਾਲ ਬਹੁਤ ਟ੍ਰੇਡ ਆ, ਬਹੁਤ ਏਡ ਵੀ ਦਿੰਦੇ ਆ, ਇਸੇ ਕਰਕੇ ਕਿ ਉਹਨਾਂ ਨੂੰ ਚਾਈਨਾ ਤੋਂ ਖਤਰਾ ਲੱਗਦਾ। ਸੋ ਉਹਨਾਂ ਨੇ, ਅਮਰੀਕਾ ਨੇ ਸਿੱਧਾ ਤਾਂ ਨਹੀਂ ਕਿਹਾ, ਪਰ ਬਿੰਗੇਟਡ ਢੰਗ ਨਾਲ ਕਹਿ ਰਿਹਾ ਕਿ ਤੁਸੀਂ ਰਸ਼ੀਆ ਦੀ ਸਪੋਰਟ ਨਾ ਕਰੋ। ਜਦੋਂ ਸਪੋਰਟ ਡਾਇਰੈਕਟਲੀ ਤਾਂ ਨਹੀਂ ਕੀਤੀ ਉਹਨਾਂ ਨੇ, ਤਾਂ ਇਹ ਨੇ ਤਾਂ ਨਹੀਂ ਕਿਹਾ ਵੀ ਜਿਹੜਾ ਹਮਲਾ ਠੀਕ ਹੈ। ਉਹਨਾਂ ਨੇ ਐਬਸਟੇਨ ਕੀਤਾ ਕਿ ਕੋਈ ਅਸੀਂ ਨਾ ਉੱਧਰ ਆ ਨਾ ਉੱਧਰ ਆ। ਇਹ ਇੰਡੀਆ ਦਾ ਬਿਆਨ ਹੈ ਕਿ ਅਸੀਂ ਨਾ ਰਸ਼ੀਆ ਦੀ ਸਪੋਰਟ ਕਰਦੇ ਨਾ ਯੂਕਰੇਨ ਦੀ ਕਰਦੇ ਹਾਂ, ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਹਨਾਂ ਦੀ ਜੰਗ ਜਿਹੜੀ ਹੈ ਖਤਮ ਹੋਵੇ। ਹੁਣ ਅਮਰੀਕਾ ਦਾ ਤਾਂ ਪੱਛਮੀ ਯੂਰਪ ਦਾ ਇਹ ਖਿਆਲ ਹੈ ਕਿ ਤੁਸੀਂ ਜਾਂ ਸਾਡੇ ਵਾਲੇ ਆ ਜਾਂ ਦੂਜੇ ਪਾਸੇ ਆ, ਪਰ ਕਮ ਸੇ ਕਮ ਇਹਨਾਂ ਨੂੰ ਚਾਈਨਾ ਦਾ ਫਿਕਰ ਕਰਕੇ ਇੰਡੀਆ ਤੇ ਇਹ ਵੀ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਵੱਲ ਟੋਟਲੀ ਆਓ, ਤੁਹਾਡੀ ਅਸੀਂ ਇੰਨਾ ਵੀ ਨਾ ਉਹਨਾਂ ਨੂੰ ਪੁਸ਼ ਕਰ ਦਈਏ ਕਿ ਉਹ ਕੰਧ ਦੇ ਨਾਲ ਲੱਗੇ ਸੱਚੀ ਰਸ਼ੀਆ ਚੱਲ ਜਾਣ। ਸੋ ਕੱਲ ਹਲੇ ਆਸਟ੍ਰੇਲੀਆ ਦੇ ਜਿਹੜੇ ਹਾਈ ਕਮਿਸ਼ਨਰ ਆ ਉਹ ਆਏ ਸੀ ਪ੍ਰਾਈਮ ਮਿਨਿਸਟਰ ਦੇ ਨਾਲ, ਉਹਨਾਂ ਨੇ ਮੀਟਿੰਗ ਕੀਤੀ ਆ। ਸੋ 2 ਕੁਆਡ ਦੇ ਵਿੱਚੋਂ 2 ਬੰਦੇ ਤਾਂ ਮਿਲ ਗਏ, ਜਾਪਾਨ ਵਾਲੇ ਤੇ ਆਸਟ੍ਰੇਲੀਆ ਵਾਲੇ। ਪਰ ਆਸਟ੍ਰੇਲੀਅਨ ਹਾਈ ਕਮਿਸ਼ਨਰ ਨੇ ਇਹ ਗੱਲ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਬਾਅਦ ਦੇ ਵਿੱਚ ਕਿ ਅਸੀਂ ਸਮਝਦੇ ਹਾਂ ਕਿ ਇੰਡੀਆ ਦਾ ਸਟੈਂਡ ਇਹ ਕਿਉਂ,
ਕਿਉਂਕਿ ਇੰਡੀਆ ਵਾਲੇ ਜਿੱਦਾਂ ਵੈਪਨ ਲੈਂਦੇ ਆ, ਹਥਿਆਰ ਲੈਂਦੇ ਨੇ 50% ਤਾਂ ਉਹਨਾਂ ਤੋਂ ਹੀ ਲੈਂਦੇ, ਰਸ਼ੀਆ ਤੋਂ ਹੀ। ਦੂਸਰੀ ਵੱਡੀ ਗੱਲ ਰਸ਼ੀਆ ਦੇ ਨਾਲ ਇਹ ਆ ਕਿ ਅੱਜ ਦੇ ਨਹੀਂ, ਮਤਲਬ ਇਹ ਬਹੁਤ ਦੇਰ ਦੇ ਆ, ਕੋਈ 7 ਦਹਾਕੇ ਹੋ ਚੁੱਕੇ ਆ, ਜਿਹੜੇ ਇੰਡੀਆ ਦਾ ਜਿਹੜਾ ਪਬਲਿਕ ਸਿਸਟਮ ਹੈ, ਜਿਹਨੂੰ ਇਹ ਪੱਛਮੀ ਦੇਸ਼ ਲੋਨ ਵੀ ਨਹੀਂ ਸੀ ਦਿੰਦੇ, ਉਹ ਰਸ਼ੀਆ ਵਾਲਿਆਂ ਨੇ ਲੋਨ ਦਿੱਤੇ, ਔਰ ਲੋਨ ਵੀ ਘੱਟ ਇੰਟਰਸਟ ਤੇ ਦਿੱਤੇ ਕਿ ਤੁਸੀਂ ਬਣਾ ਲਓ, ਇੱਥੇ ਸਟੀਲ ਪਲਾਂਟਸ ਬਣਾ ਲਓ, ਮੈਟਾਲਰਜੀਕਲ ਪਲਾਂਟ ਬਣਾ ਲਓ, ਤਾਂ ਕਿ ਇਹਨਾਂ ਦਾ ਇੰਡਸਟਰੀਅਲ ਬੇਸ ਤਾਂ ਨੂੰ ਹੋ ਜਾਵੇ। ਤੇ ਤੀਸਰੀ ਵੱਡੀ ਗੱਲ ਹੈ ਕਿ ਉਹ ਉੱਥੋਂ ਜਿਹੜੇ ਉਹਨਾਂ ਦੇ ਮਿਲਟਰੀ ਇਕਵਿਪਮੈਂਟ ਦਿੰਦੇ ਨੇ, ਕੁਛ ਇੱਕ ਚੀਜ਼ਾਂ ਉਹਨਾਂ ਦੇ ਵਿੱਚੋਂ ਇੰਡੀਆ 'ਚ ਬਣਦੀਆਂ ਹੈ। ਉਹਨਾਂ ਦੇ ਵਿੱਚ ਜਿੱਦਾਂ MiG-21 ਆ, ਉਹਦੇ ਪਾਰਟਸ ਬਣਦੇ ਨੇ ਇੰਡੀਆ ਦੇ ਵਿੱਚ, AK-47 ਦੇ ਵਿੱਚ ਬਣਦੇ ਨੇ, ਮਿਸਾਈਲਸ ਜਿਹੜੀਆਂ ਆ ਉਹਨਾਂ ਦੇ ਵਿੱਚੋਂ ਬਹੁਤੀਆਂ ਦੇ ਪਾਰਟਸ ਇੰਡੀਆ ਦੇ ਵਿੱਚ ਬਣਦੇ ਨੇ। ਦੂਸਰਾ ਉਸ ਤੋਂ ਬਾਅਦ ਜਿਹੜਾ ਟ੍ਰੇਡ ਅਸੀਂ ਪਹਿਲਾਂ ਗੱਲ ਕੀਤੀ ਹੈ, ਉਹ ਰੁਪਈਏ ਦਿੰਦੇ ਨੇ, ਉਹ ਰੂਬਲ ਲੈ ਲੈਂਦੇ ਨੇ, ਸੋ ਹਾਰਡ ਕਰੰਸੀ ਉਹਨਾਂ ਦੀ ਜਾਂਦੀ ਨਹੀਂ। ਸੋ ਇਸ ਕਰਕੇ ਉਹ ਕਹਿੰਦੇ ਕਿ ਅਸੀਂ ਸਮਝਦੇ ਹਾਂ ਕਿ ਇੰਡੀਆ ਨੇ ਰਸ਼ੀਆ ਦੀ ਨਿਖੇਧੀ ਤਾਂ ਕਰਨੀ ਨਹੀਂ, ਸਾਨੂੰ ਪਤਾ ਆ, ਅਸੀਂ ਇਹਨਾਂ ਦਾ ਸਟੈਂਡ ਸਮਝਦੇ ਹਾਂ, ਪਰ ਫਿਰ ਵੀ ਥੋੜੀ ਜਿਹੀ ਬਾਂਹ ਮਰੋੜਨ ਆਉਂਦੇ ਆ। ਹੁਣ ਬਾਂਹ ਮਰੋੜਨ ਆਏ ਸੀ ਜਾਪਾਨ ਦੇ ਪ੍ਰਾਈਮ ਮਿਨਿਸਟਰ, ਹਾਂਜੀ, ਤੇ ਉਹਨਾਂ ਨੇ ਸਿੱਧੇ ਤੌਰ ਤੇ ਤਾਂ ਕਿਹਾ ਇੰਡੀਆ ਨੂੰ ਕਿ ਤੁਸੀਂ ਨਾ ਕਰੋ ਸਪੋਰਟ, ਚੰਗੀ ਗੱਲ ਹੈ, ਪਰ ਪ੍ਰਾਈਮ ਮਿਨਿਸਟਰ ਮੋਦੀ ਵੀ ਨਾਲ ਹੀ ਬੈਠੇ ਸੀ ਪ੍ਰੈਸ ਕਾਨਫਰੰਸ ਤੇ, ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਇਹੀ ਚਾਹੁੰਦੇ ਹਾਂ ਕਿ ਦੋਵੇਂ ਦੇਸ਼ ਰਸ਼ੀਆ ਤੇ ਯੂਕਰੇਨ ਇਕੱਠੇ ਬੈਠਣ ਔਰ ਬੈਠ ਕੇ ਗੱਲਬਾਤ ਕਰਨ। ਇਹ ਗੱਲ ਬਹੁਤ ਹੋਰ ਮੁਲਕ ਵੀ ਕਹਿੰਦੇ ਆ, ਜਿਹੜਾ ਟਰਕੀ ਵਾਲੇ ਕਹਿੰਦੇ ਸੀ, ਹਾਂਜੀ, ਉਹ ਟਰਕੀ ਵਾਲੇ ਤਾਂ ਇਹ ਵੀ ਕਹਿਤਾ ਕਿ ਪ੍ਰੈਜ਼ੀਡੈਂਟ ਜ਼ੈਲੈਂਸਕੀ ਜਿਹੜੇ ਆ, ਉਹਨਾਂ ਨੇ ਕਿਹਾ ਸੀ ਕਿ ਮੈਂ ਪਿਊਟਨ ਨਾਲ ਗੱਲ ਕਰਨਾ ਚਾਹੁੰਦਾ। ਹੁਣ ਉਹ ਇਸ ਗੱਲ ਤੇ ਆ ਗਿਆ ਅਖੀਰ 'ਚ, ਹਾਂਜੀ, ਪਿਊਟਨ ਅਜੇ ਮੇਰਾ ਖਿਆਲ ਨਹੀਂ ਮੰਨਦੇ, ਉਹ ਹੋਰ ਥੋੜੀ ਜਿਹੀ ਉਹ ਇਸ ਤੇ ਲਿਆਉਣੇ ਚਾਹੁੰਦੇ ਕਿ ਆ ਕੇ ਮੇਰੇ ਪੈਰ ਫੜੇ, ਜਿੱਦਾਂ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਫੜੇ ਸੀ ਪੈਰ। ਇਹ ਚਾਹੁੰਦੇ ਆ ਕਿ ਪੈਰੀਂ ਪੈ ਜਾਵੇ ਮੇਰੇ ਆ ਕੇ, ਤਾਂ ਫੇਰ ਸਾਰੀਆਂ ਮੰਗਾਂ ਮੈਂ ਮਨਾ ਲਵਾਂ ਇਹਦੋਂ। ਤੇ ਉਹ ਵੈਸੇ ਟਰਕੀ ਵਾਲਿਆਂ ਤੇ ਵੀ ਪ੍ਰੈਸ਼ਰ ਪਾਇਆ। ਟਰਕੀ ਤਾਂ ਨੇਟੋ ਦਾ ਮੈਂਬਰ ਹੈ, ਅਸੀਂ ਤਾਂ ਨੇਟੋ ਮੈਂਬਰ ਵੀ ਨਹੀਂ। ਹਾਂਜੀ, ਨੇਟੋ ਦੇ ਮੈਂਬਰ ਤੇ ਅਮਰੀਕਾ ਨੇ ਤਾਂ ਦੂਸਰੇ ਦੇਸ਼ਾਂ ਨੇ ਜ਼ੋਰ ਪਾਇਆ ਕਿ ਤੁਸੀਂ ਕਮ ਸੇ ਕਮ, ਤੁਸੀਂ ਕਹਿ ਰਹੇ ਕਿ ਪਿਊਟਨ ਨੂੰ ਸੱਦਣਾ ਆ, ਜ਼ੈਲੈਂਸਕੀ ਨੂੰ ਸੱਦਣਾ, ਇਹ ਚੰਗੀ ਗੱਲ ਨਹੀਂ ਹੈ। ਅਸੀਂ ਤਾਂ ਇਹੀ ਚਾਹੁੰਦੇ ਕਿ ਲੜੀ ਜਾਣ। ਇਹ ਉੱਤੋਂ ਹੀ ਕਹਿੰਦੇ ਕਿ ਰਸ਼ੀਆ ਵਾਲੇ ਇਹ ਕਹਿੰਦੇ ਕਿ ਰਸ਼ੀਆ ਵਾਲੇ ਪਿੱਛੇ ਮੁੜ ਜਾਣ, ਤਾਂ ਕਿ ਅਸੀਂ ਯੂਕਰੇਨ ਨੂੰ ਕਹੀਏ ਕਿ ਅਸੀਂ ਮੈਂਬਰ ਬਣਾ ਲਵਾਂਗੇ ਤੁਹਾਨੂੰ ਫਿਊਚਰ ਦੇ ਵਿੱਚ। ਨੇਟੋ ਦਾ ਫਿਊਚਰ 'ਚ ਕਦੋਂ ਬਣੂਗਾ, ਕਦੋਂ ਨਹੀਂ ਬਣੂਗਾ, ਉਹ ਹੁਣ ਇਹ ਕਹਿ ਰਹੇ ਕਿ ਅਸੀਂ ਬਣਨਾ ਹੀ ਨਹੀਂ, ਕਿਉਂਕਿ ਰਸ਼ੀਆ ਵਾਲਿਆਂ ਨੇ ਉਹਨਾਂ ਚਿਰ ਨਿਕਲਣਾ ਨਹੀਂ ਜਿੰਨਾ ਚਿਰ ਉਹ ਇਸ ਗੱਲ ਤੇ ਉਹਨਾਂ ਨੂੰ ਸ਼ਾਦੀ ਨਹੀਂ ਦਿੰਦੇ, ਇਸ ਗੱਲ ਦੀ ਗਾਰੰਟੀ ਨਹੀਂ ਕਰਦੇ ਕਿ ਅਸੀਂ ਭਵਿੱਖ ਦੇ ਵਿੱਚ ਵੀ ਕਦੇ ਐਪਲੀਕੇਸ਼ਨ ਨਾ ਕਰਾਂਗੇ। ਹੁਣ ਉਹਨੂੰ ਜ਼ੈਲੈਂਸਕੀ ਨੂੰ ਇਹ ਡਰ ਆ ਕਿ ਇੱਥੇ ਕਿਤੇ ਹੋਰ ਪ੍ਰਾਈਮ ਮਿਨਿਸਟਰ, ਹੋਰ ਪ੍ਰੈਜ਼ੀਡੈਂਟ ਨੂੰ ਰਾਜ ਪਲਟਾ ਨਾ ਕਰ ਦੇਣ, ਉਹਦੀ ਪਾਵਰ ਨਾ ਜਾਂਦੀ ਲੱਗੇ। ਸੋ ਇਸ ਕਰਕੇ ਉਹ ਸ਼ਾਇਦ ਟਰਕੀ ਦੇ ਸੱਦੇ ਤੇ ਉਹਨਾਂ ਦੇ ਦੇਸ਼ ਦੇ ਵਿੱਚ ਆਉਣ। ਆਖਰੀ ਗੱਲਬਾਤ ਜਿਹੜੀ ਹੈ ਪਿਊਟਨ ਦੀ ਤਾਂ ਜ਼ੈਲੈਂਸਕੀ ਦੀ ਸਿੱਧੀ ਹੋਵੇ। ਜੀ ਡਾਕਟਰ ਸਾਹਿਬ, ਰੁਕ ਕਰਦੇ ਹਾਂ ਅਗਲੀ ਖਬਰ ਵੱਲ। S&P ਦੀ ਰਿਪੋਰਟ ਅਨੁਸਾਰ ਜਿਹੜੀ ਗਲੋਬਲ ਆਟੋ ਮਾਰਕੀਟ ਆ, ਇਹ ਖਤਰੇ ਵਿੱਚ ਆ। ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਉਹਦੇ ਵਿੱਚ ਉਹਨਾਂ ਨੇ ਪ੍ਰੋਡਕਟ ਵੀ ਕੀਤਾ ਕਿ ਜਿਹੜੇ ਆਉਣ ਵਾਲੇ ਜਿਹੜੇ 2 ਸਾਲ ਹੈਗੇ ਆ, ਇਹਦੇ ਵਿੱਚ ਜਿਹੜੀ ਵਹੀਕਲ ਦੀ ਪ੍ਰੋਡਕਸ਼ਨ ਹੈਗੀ ਆ, ਇਹਦੇ 'ਚ 5 ਮਿਲੀਅਨ ਤੱਕ ਦੀ ਗਿਰਾਵਟ ਆ ਸਕਦੀ ਆ। ਜੀ, ਇਸ ਰਿਪੋਰਟ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹਦੇ ਵਿੱਚ ਦੇਖੋ, ਇੱਕ ਤਾਂ ਬਹੁਤ ਚਿਰਾਂ ਦੇ ਜਿਹੜੇ ਅਰਬਨ ਪਲੈਨਰਸ ਹੈ ਨਾ, ਉਹਨਾਂ ਦਾ ਇਹੀ ਖਿਆਲ ਰਿਹਾ ਕਿ ਜੇ ਤੁਸੀਂ ਪੋਲੂਸ਼ਨ ਘੱਟ ਕਰਨਾ ਆ, ਲੋਕਾਂ ਦੀ ਚਿੰਤਾ ਘੱਟ ਕਰਨੀ ਆ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੀ, ਜਿਹੜੀਆਂ ਸਿਟੀਜ਼ ਆ ਇਹਨਾਂ ਦੀ ਆਬਾਦੀ ਵਧੀ ਜਾਣੀ ਆ। ਸਿਟੀਜ਼, ਪਿੰਡਾਂ ਦੇ ਵਿੱਚੋਂ ਵੀ ਲੋਕੀ ਆਉਂਦੇ ਨੇ, ਛੋਟਿਆਂ ਸ਼ਹਿਰਾਂ ਚੋਂ ਵੀ ਲੋਕੀ ਆਉਂਦੇ ਨੇ, ਤੇ ਜੇ ਤੁਸੀਂ ਬਚਣਾ ਇਹ ਸਭ ਕੁਝ ਤਾਂ ਪਬਲਿਕ ਟਰਾਂਸਪੋਰਟ ਨੂੰ ਇੰਨੀ ਤਕੜੀ ਕਰ ਦਿਓ ਕਿ ਬੰਦਾ ਜਿੱਦਾਂ ਹੁਣ ਸੋਚਦਾ ਇੱਥੋਂ ਸਰੀ ਤੋਂ ਜਾਣ ਨੂੰ ਸਭ ਤੋਂ ਈਜ਼ੀ ਹੈਗਾ ਸਕਾਈ ਟ੍ਰੇਨ ਲੈਣਾ। ਜੀ ਬਿਲਕੁਲ, ਤੁਸੀਂ ਆਰਾਮ ਨਾਲ ਬੈਠਦੇ ਆ, ਨਹੀਂ ਤਾਂ ਤੁਸੀਂ ਕਾਰ ਲੈ ਕੇ ਜਾਂਦੇ ਆ, ਤੁਹਾਡਾ ਦਿਮਾਗ ਖਰਾਬ ਹੋ ਜਾਂਦਾ। ਵੈਸੇ ਹਾਂਜੀ, ਇੱਕ ਤਾਂ ਟਾਈਮ ਬਹੁਤ ਲੱਗਦਾ, ਦੂਸਰਾ ਟ੍ਰੈਫਿਕ ਦੇ ਵਿੱਚ ਕਦੇ ਕੋਈ ਮੋਹਰੇ ਆ ਗਿਆ, ਕਦੇ ਪਿੱਛੇ ਆ ਗਿਆ, ਪਾਰਕਿੰਗ ਦੀ ਉੱਥੇ ਸਮੱਸਿਆ ਆ।
ਸੋ ਸਭ ਤੋਂ ਵਧੀਆ ਇਸ ਤਰ੍ਹਾਂ ਜਿਸ ਤਰ੍ਹਾਂ ਸਕਾਈ ਟ੍ਰੇਨ ਬਣਾਈ ਹੈ ਇੱਥੋਂ ਸਾਡਿਓਂ ਸਰੀ ਤੋਂ ਡਾਊਨਟਾਊਨ ਜਾਂਦੇ ਆ, ਉਹ ਅਰਬਨ ਪਲੈਨਰ ਇਹ ਕਹਿੰਦੇ ਕਿ ਸਭ ਤੋਂ ਵਧੀਆ ਢੰਗ ਇਹ ਹੀ ਆ ਲੋਕਾਂ ਨੂੰ ਲਿਜਾਣ ਦਾ। ਸਾਵੇਂ ਤਾਂ ਇੱਕ ਕਾਰ ਦੇ ਵਿੱਚ ਇੱਕ ਬੰਦਾ ਬੈਠਾ ਆ, ਹੁਣ ਇੱਕ ਬੱਸ ਦੇ ਵਿੱਚ 60 ਬੰਦੇ ਬੈਠੇ ਆ, ਉਹਨੇ ਕਿੰਨਾ ਕੁ ਜਗ੍ਹਾ ਰੋਡ ਤੇ ਮੰਨ ਲੈਣੀ ਆ। ਸੋ ਅਰਬਨ ਪਲੈਨਰਸ ਦੇ ਨੇ ਜਿਹੜਾ ਸੋਲੂਸ਼ਨ ਦਿੱਤਾ ਆ, ਉਹ ਹੁਣ ਜ਼ਿਆਦਾ ਤੌਰ ਤੇ ਖਾਸ ਤੌਰ ਤੇ ਜਿਹੜੀਆਂ ਕਾਰਾਂ ਦੀ ਮਾਰਕੀਟ, ਇਹ ਪਹਿਲੀ ਵਾਰੀ ਹੋਇਆ ਵੈਸੇ ਕਾਰਾਂ ਦੀ ਮਾਰਕੀਟ ਦੇ ਵਿੱਚ ਕਿ ਜੋ ਹੁਣ ਜਿਹੜੀ ਡੀਲਰਸ਼ਿਪ ਆ, ਪਹਿਲਾਂ ਤੁਸੀਂ ਡੀਲਰਸ਼ਿਪ ਤੋਂ ਨਵੀਂ ਕਾਰ ਲੈਂਦੇ ਸੀ ਨਾ, ਲੈ ਕੇ ਘਰ ਆ ਜਾਂਦੇ ਸੀ, ਮੁੜ ਕੇ ਜਾਂਦੇ ਸੀ ਉਹ ਵੇਚਣ, ਉਹਦੀ ਕੀਮਤ ਉਦੋਂ ਹੀ 10% ਘੱਟ ਜਾਂਦੀ ਸੀ। ਹਾਂਜੀ, ਇਹ ਸਮਝਦੇ ਵੀ ਤੁਸੀਂ ਲੈ ਗਏ, ਹੁਣ ਸੈਕੰਡ ਹੈਂਡ ਹੋ ਗਈ ਜੀ। ਹੁਣ ਪਹਿਲੀ ਵਾਰ ਹੋਈ ਹੈ ਜਿੰਨੇ ਦੀ ਤੁਸੀਂ ਕੀਮਤ ਕਾਰ ਦੀ ਲਈ ਆ ਉਦੋਂ ਜ਼ਿਆਦਾ ਪੈਸੇ ਮਿਲਦੇ ਆ। ਮੈਂ ਪਿਛਲੇ ਸਾਲ ਹੀ ਹਾਲੇ ਕਾਰ ਲੈ ਕੇ ਦਿੱਤੀ ਸੀ ਬੇਟੀ ਨੂੰ, ਤੇ ਉਸ ਤੋਂ ਇਸ ਸਾਲ ਮੈਨੂੰ ਇੱਕ ਉਹਦੇ ਸੇਲਜ਼ਮੈਨ ਦਾ ਫੋਨ ਆਇਆ ਵੀ ਤੈਨੂੰ ਅੱਗੇ ਨਾਲੋਂ 3000 ਜ਼ਿਆਦਾ ਦੇ ਦਵਾਂ। ਮੈਂ ਕਿਹਾ ਮੈਂ ਤੈਨੂੰ 3000 ਜ਼ਿਆਦਾ ਲੈ ਲਊਂਗਾ ਤੇ 6000 ਜ਼ਿਆਦਾ ਲੈ ਕੇ ਮੈਂ ਦੂਜੀ ਕਾਰ ਖਰੀਦੂੰਗਾ। ਇਹ ਮਤਲਬ 1 ਸਾਲ ਪੁਰਾਣੀ ਦੇ ਉਦੋਂ ਵੀ ਨਵੀਂ ਕਾਰ ਨਾਲੋਂ ਪੈਸੇ ਜ਼ਿਆਦਾ ਦੇ ਰਿਹਾ। ਉਹ ਇਹੀ ਕੰਮ ਆ ਕਿ ਹੁਣ ਕਾਰਾਂ ਦੀ ਜਿਹੜੀ ਆ ਖਰੀਦੋ ਫਰੋਖਤ ਜ਼ਿਆਦਾ ਹੋ ਰਹੀ ਹੈ, ਬਣ ਘਟ ਰਹੀਆਂ ਨੇ। ਹਾਂਜੀ, ਹੁਣ ਪ੍ਰੋਬਲਮ ਇਹ ਪੈ ਗਈ ਹੈ ਕਿ ਅੱਗੇ ਇੱਕ ਜਗ੍ਹਾ ਤੇ ਬਣਦੀ ਸੀ ਕਾਰ, ਇੱਕ ਬਣਾਉਣ ਲਈ ਮੇਰਾ ਖਿਆਲ 30-35 ਦੇਸ਼ਾਂ ਦੇ ਵਿੱਚ ਵੱਖਰੇ ਵੱਖਰੇ ਪਲਾਂਟਸ ਲੱਗੇ ਆ। ਉਹਨਾਂ ਦੇ ਵਿੱਚੋਂ ਆਉਣਾ ਕੁਛ, ਹੁਣ ਯੂਕਰੇਨ ਤੇ ਰਸ਼ੀਆ ਦੇ ਵਿੱਚ ਖਣਿਜ ਪਦਾਰਥ ਬਹੁਤ ਆ, ਹਾਂਜੀ, ਉਹ ਨਹੀਂ ਆ ਰਹੇ, ਉਹਨਾਂ ਦਾ ਅਸਰ ਪੈਣਾ ਹੈ। ਤੇ ਇਹਦਾ ਕਰਕੇ ਹੁਣ ਜ਼ੋਰ ਲੋਕਾਂ ਦਾ ਇਹ ਲੱਗਾ ਕਿ ਅਸੀਂ, ਇਹ ਵੀ ਇੱਕ ਟ੍ਰੈਂਡ ਹੀ ਹੈ ਕਿ ਅਸੀਂ ਇਲੈਕਟ੍ਰਿਕ ਕਾਰਾਂ ਲੈ ਲਈਏ। ਹੁਣ ਪ੍ਰੋਬਲਮ ਤਾਂ ਉਹੀ ਆ, ਚਲੋ ਤੁਸੀਂ ਪੈਟਰੋਲ ਨਹੀਂ ਵਰਤਦੇ, ਤੁਸੀਂ ਕਲੀਨ ਐਨਰਜੀ ਯੂਜ਼ ਕਰਦੇ ਆ, ਪਰ ਪ੍ਰੋਬਲਮ ਤਾਂ ਇਹ ਆ ਵੀ ਉਹ ਉਨੀਆਂ ਕਾਰਾਂ ਤਾਂ ਉਨੀਆਂ ਹੀ ਆ ਜਿੰਨੀਆਂ ਬ੍ਰਿਜ ਤੇ ਹੋਣੀਆਂ ਹੈ। ਹਾਂਜੀ, ਉਹ ਚਾਹੇ ਇਲੈਕਟ੍ਰਿਕ ਹੋਣ ਚਾਹੇ ਪੈਟਰੋਲ ਤੇ ਹੋਣ ਜੀ। ਸੋ ਉਹ ਗ੍ਰਿਡ ਲੋਕ ਜਿਹੜੇ ਉਹ ਖਤਮ ਨਹੀਂ ਹੋ ਰਹੇ। ਹੁਣ ਕਾਰਾਂ ਵਾਲੀਆਂ ਕੰਪਨੀਆਂ ਤਾਂ ਖੁਸ਼ ਹੈ, ਇੱਕ ਪਾਸੇ ਤਾਂ ਉਹਨਾਂ ਦੀ ਕੀਮਤ ਜਦੋਂ ਪ੍ਰੋਡਕਸ਼ਨ ਘਟਦੀ ਹੈ ਤਾਂ ਕੀਮਤ ਵੱਧ ਜਾਂਦੀ ਹੈ, ਦੂਸਰੇ ਪਾਸੇ ਸਰਕਾਰਾਂ ਜਿਹੜੀਆਂ ਵੱਖ-ਵੱਖ ਦੇਸ਼ਾਂ 'ਚ ਅਨਾਉਂਸ ਕਰ ਰਹੀਆਂ ਸਬਸਿਡੀਜ਼, ਇਹ ਲੋਕਾਂ ਨੂੰ ਸੋਚਣਾ ਚਾਹੀਦਾ। ਵੈਸੇ ਲੌਂਗ ਟਰਮ ਦੇ ਵਿੱਚ ਤੁਹਾਡੇ ਟੈਕਸ ਡਾਲਰ ਤੇ ਸਬਸਿਡੀ ਦੇ ਰਿਹਾ ਹੈ, ਕਿਉਂਕਿ ਜੋ ਬਾਈਡਨ ਨੇ ਜੇਬ 'ਚੋਂ ਤਾਂ ਦੇਣੇ ਨਹੀਂ ਉਹ ਪੈਸੇ, ਉਹ ਤੁਹਾਡੇ ਟੈਕਸ ਡਾਲਰ ਦੇ ਨਾਲ ਕਾਰਾਂ ਨੂੰ ਸਬਸਿਡੀ ਦੇ ਰਿਹਾ, ਕਾਰਾਂ ਦੀਆਂ ਕੰਪਨੀਆਂ ਨੂੰ ਸਬਸਿਡੀ। ਹਾਂਜੀ, ਵਿਕਣੀਆਂ ਤਾਂ ਉਹਨਾਂ ਦੀਆਂ ਕਾਰਾਂ ਵਿਕਣੀਆਂ ਨਾ, ਪਰ ਤੁਹਾਡੀ ਜੇਬ ਦੇ ਵਿੱਚੋਂ ਪੈਸਾ ਜਾ ਰਿਹਾ, ਜਿਹੜਾ ਪੈਸਾ ਪਬਲਿਕ ਟਰਾਂਸਪੋਰਟ ਤੇ ਲਾਇਆ ਜਾ ਸਕਦਾ। ਜੀ ਬਿਲਕੁਲ। ਬ੍ਰਿਜ ਇਹਨਾਂ ਦੇ ਬਣਨ ਵਾਲੇ ਆ, ਬ੍ਰਿਜ ਬਣਾਓ ਤੁਸੀਂ, ਹਾਈਵੇ। ਹੁਣ ਤੁਸੀਂ ਈਸਟਰਨ US ਦੇ ਵਿੱਚ ਜਾਂਦੇ ਆ ਨਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਕਿਸੇ ਵੀ ਟਾਈਮ ਚੱਲ ਜਾਓ। ਅੱਗੇ ਤਾਂ ਹੁੰਦਾ ਸੀ ਨਾ ਸਵੇਰ ਨੂੰ ਤਾਂ ਸ਼ਾਮ ਨੂੰ ਟ੍ਰੈਫਿਕ ਆਵਰਸ, ਹੁਣ ਤੁਸੀਂ ਕਿਸੇ ਵੀ ਟਾਈਮ ਚੱਲ ਜਾਓ, ਉੱਥੇ ਲਾਈਨਾਂ ਲੱਗੀਆਂ ਹੁੰਦੀਆਂ। ਜਿਹੜਾ ਹਾਈਵੇ ਤਾਂ ਉਹ ਨਾਂ ਦਾ ਰਹਿ ਗਿਆ, ਹਾਈਵੇ ਦੇ ਸਟਰੀਟ ਵਾਂਗੂ ਹੌਲੀ ਹੌਲੀ ਜਾਂਦੇ ਆ, ਕਿਉਂਕਿ ਇੰਨੀਆਂ ਕਾਰਾਂ ਉੱਥੇ, ਫਿਰ ਉੱਥੇ ਟੋਲ ਆਈ ਜਾਂਦੇ ਆ, ਉਹ ਖੜ ਕੇ ਟੋਲ ਦਿੰਦੇ ਆ। ਉਹਦਾ ਗ੍ਰਿਡ ਲੋਕ ਦਾ ਇੱਕੋ ਹੀ ਸੋਲੂਸ਼ਨ ਹੈ, ਜਿਹਦੇ ਵੱਲ ਧਿਆਨ ਹਾਲੇ ਤਾਂ ਹੀ ਨਹੀਂ ਦਿੱਤਾ। ਹੋ ਸਕਦਾ ਅੱਜ ਤੋਂ 50 ਸਾਲ ਬਾਅਦ ਸਾਡੇ ਤੋਂ ਬਾਅਦ ਦੇਣਗੇ, ਪਰ ਇਸ ਵੇਲੇ ਤੱਕ ਉਸ ਅਰਬਨ ਪਲੈਨਰਸ ਦੀ ਜਿਹੜੀ ਗੱਲ ਨਹੀਂ ਸੁਣ ਰਹੇ, ਜਿਹੜੀ ਉਹਨਾਂ ਨੇ ਇੱਕ ਸੋਲੂਸ਼ਨ ਦਿੱਤਾ ਹੈ ਕਿ ਜੇ ਤੁਸੀਂ ਗ੍ਰਿਡ ਲੋਕ ਖਤਮ ਕਰਨਾ, ਜੇ ਤੁਸੀਂ ਸੇਫਟੀ ਕਰਨੀ ਲੋਕਾਂ ਦੀ, ਤੇ ਪਬਲਿਕ ਟਰਾਂਸਪੋਰਟ ਇੱਕੋ ਹੀ ਇੱਕ ਸੋਲੂਸ਼ਨ ਹੈ। ਡਾਕਟਰ ਸਾਹਿਬ, ਹੁਣ ਰੁਕ ਕਰਦੇ ਆ ਅਗਲੀ ਖਬਰ ਵੱਲ। ਮੈਟਾ, ਜੋ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਪਲੇਟਫਾਰਮਸ ਨੂੰ ਕੰਟਰੋਲ ਕਰਦੇ ਆ, ਉਹਨਾਂ ਨੇ ਹੁਣ ਇੱਕ ਨਵਾਂ ਜਿਹੜਾ ਟੂਲ ਹੈਗਾ ਉਹ ਲੈ ਕੇ ਆਂਦਾ, ਜਿਹਦੇ ਨਾਲ ਜਿਹੜੇ ਮਾਪੇ ਹੈਗੇ ਆ ਉਹ ਬੱਚਿਆਂ ਦਾ ਜਿੱਦਾਂ ਇੰਸਟਾਗ੍ਰਾਮ ਟਾਈਮ ਵਗੈਰਾ ਉਹਨੂੰ ਉਹ ਦੇਖ ਸਕਦੇ ਆ, ਮੋਨੀਟਰ ਕਰ ਸਕਦੇ ਆ ਕਿ ਕਿਹੜਾ ਟਾਈਮ ਕਿੱਥੇ ਆਪਣਾ ਸਪੈਂਡ ਕਰ ਰਹੇ ਆ। ਇਸ ਖਬਰ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਦੇਖੋ, ਜਿਹੜਾ ਸੋਸ਼ਲ ਮੀਡੀਆ ਆ ਗਿਆ ਜਾਂ ਜਿਹੜੀਆਂ ਨਵੇਂ ਗੈਜਟਸ ਆ ਗਏ ਨੇ, ਇਹਦੇ ਬਾਰੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇੱਕ ਸਟੱਡੀ ਕਰਾਈ ਸੀ, ਔਰ ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਜਿੱਦਾਂ ਗੇਮਾਂ ਖੇਲਦੇ ਨੇ, ਜਿੰਨਾ ਚਿਰ ਇੰਸਟਾਗ੍ਰਾਮ ਤੇ ਲਾਉਂਦੇ ਨੇ, ਜਿੰਨਾ ਚਿਰ
ਫੇਸਬੁੱਕ ਤੇ ਲਾਉਂਦੇ ਨੇ, ਉਹ ਇੱਕ ਮੈਂਟਲ ਬਿਮਾਰੀ ਆ। ਜੇ ਤੁਸੀਂ ਬੱਚਿਆਂ ਦਾ ਵਿਕਾਸ, ਉਹਨਾਂ ਦੇ ਦਿਮਾਗ ਦਾ ਵਿਕਾਸ, ਉਹਨਾਂ ਨੂੰ ਕੁਝ ਹੋਰ ਵੀ ਸਿਖਾ ਲੈਣਾ ਨਾ, ਹੁਣ ਇਹ ਹੀ ਨਹੀਂ ਕਿ ਇੱਕ ਦੂਜੇ ਨਾਲ ਗੱਲਾਂ ਕਰੀ ਜਾਣ ਜਾਂ ਗੇਮਾਂ ਖੇਲੀ ਜਾਣ। ਤੇ ਇਸ ਬਿਮਾਰੀ ਤੋਂ ਬਚਣ ਲਈ ਚੀਨ ਇੱਕ ਪਹਿਲਾ ਮੁਲਕ ਸੀ ਜਿਨ੍ਹਾਂ ਨੇ ਪਹਿਲਾਂ ਤਾਂ ਉਹਨਾਂ ਨੇ ਹਫ਼ਤੇ ਦੇ ਵਿੱਚ 10 ਘੰਟੇ ਲਾਏ, ਹੁਣ 3 ਘੰਟੇ ਕਰ ਦਿੱਤਾ। ਸਾਰੀਆਂ ਕੰਪਨੀਆਂ ਨੂੰ ਕਿਹਾ ਕਿ ਤੁਸੀਂ ਮੋਨੀਟਰ ਕਰਨਾ ਹੈ ਕਿ 3 ਘੰਟੇ ਤੋਂ ਵੱਧ ਕੋਈ ਬੱਚਾ ਗੇਮ ਨਹੀਂ ਖੇਡ ਸਕਦਾ ਇੰਟਰਨੈਟ ਤੇ। ਤਾਂ ਉਹ ਵੀ ਉਹਨਾਂ ਨੇ ਲਾਇਆ ਕਿ ਵੀਕਐਂਡ ਤੇ ਜ਼ਿਆਦਾ ਹੋਵੇ ਜਿਹੜਾ ਟਾਈਮ ਹੈ। ਸੋ ਉਹਨਾਂ ਨੇ ਇਹ ਗੱਲ ਸਾਹਮਣੇ ਆਈ ਆ, ਉਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਸਾਡੀ ਕਮਿਊਨਿਟੀ 'ਚ ਮੇਰਾ ਖਿਆਲ ਇਹ ਪਤਾ ਹੀ ਨਹੀਂ ਕਿ ਇਹ ਦਿਮਾਗੀ ਬਿਮਾਰੀ ਹੈ। ਇਸ ਬਾਰੇ ਬਹੁਤੀ ਗੱਲਬਾਤ ਹੁੰਦੀ ਨਹੀਂ, ਕਦੇ ਗੱਲਬਾਤ ਹੁੰਦੀ ਨਹੀਂ, ਔਰ ਲੋਕੀ ਇਸ ਗੱਲ ਤੇ ਖੁਸ਼ ਹੈ ਕਿ ਸਾਨੂੰ ਬੱਚਿਆਂ ਨਾਲ ਗੱਲ ਨਹੀਂ ਕਰਨੀ ਪੈਂਦੀ, ਇਹ ਆਰਾਮ ਨਾਲ ਆਪਣੇ ਫੋਨ ਲੈ ਕੇ ਬੈਠੇ ਰਹਿੰਦੇ ਨੇ। ਤੁਸੀਂ ਦੇਖ ਲੈਣਾ ਕਈ ਬੱਚੇ ਜੀਵਨ ਤੁਰੇ ਵੀ ਜਾਂਦੇ ਆ, ਹੁਣ ਕਈਆਂ ਦੇ ਐਕਸੀਡੈਂਟ ਹੋਏ ਆ। ਵੈਸੇ ਹਾਂਜੀ, ਬੱਚੇ ਤੁਰੇ ਜਾਂਦੇ, ਸਟਰੀਟ ਪਾਰ ਕਰਨ ਲੱਗਦੇ, ਉਹ ਦੇਖਦੇ ਤਾਂ ਆਪਣੇ ਆਈਫੋਨ ਨਾਲ ਲਿਆ ਤੇ ਉਹਦੇ ਤੇ ਗੇਮ ਖੇਲ ਰਿਹਾ, ਪਰ ਵੈਸੇ ਵਿਚਰ ਰਹੇ ਆ ਟ੍ਰੈਫਿਕ ਦੇ ਵਿੱਚੋਂ। ਇਹ ਕੋਈ ਜ਼ਰੂਰੀ ਨਹੀਂ ਕਿ ਕਾਰ ਵਾਲਾ ਹੀ ਤੁਹਾਨੂੰ ਦੇਖੇ, ਕਾਰ ਵਾਲਾ ਹੋ ਸਕਦਾ ਹੋਰ ਕੁਝ ਸੋਚਦਾ ਹੋ, ਉਹ ਵੀ ਅੰਨ੍ਹੇਵਾਹ ਚਲਾ ਰਿਹਾ ਬੰਦਾ, ਤਾਂ ਮੂਹਰੇ ਅੰਨ੍ਹੇਵਾਹ ਹੀ ਤੁਰਿਆ ਆਉਂਦਾ ਬੰਦਾ, ਉਹ ਤਾਂ ਬਾਅਦ ਚ ਪਤਾ ਲੱਗਣਾ ਜੋ, ਕਿਉਂਕਿ ਕਾਰ ਵਾਲੇ ਨੇ ਤਾਂ ਵੱਜ ਜਾਣਾ, ਉਹਨੇ ਤਾਂ ਤੁਹਾਨੂੰ ਮਾਰਤੀ। ਔਰ ਦੂਸਰੇ ਵੱਡੀ ਗੱਲ ਆ, ਕਲਾਸਾਂ ਦੇ ਵਿੱਚ ਵੀ ਜੇ ਹੁਣ ਟੀਚਰ ਨਹੀਂ ਕੰਟਰੋਲ ਕਰਦੇ, ਜਿਨ੍ਹਾਂ ਤੇ ਤਾਂ ਕੰਟਰੋਲ ਕਰਦੇ ਨੇ, ਕਿ ਉਹ ਤੁਸੀਂ ਪਹਿਲਾਂ ਹੀ ਕਹੋ ਕਿ ਇਹ ਜਿਹੜਾ ਫੋਨ ਆ ਜਾਂ ਹੋਰ ਕੁਝ ਕਰਨਾ, ਜੋ ਵੀ ਕਰਨਾ ਤੁਸੀਂ ਉਹ ਬਾਅਦ ਦੇ ਵਿੱਚ ਜਾ ਕੇ ਕਰਨਾ ਕਰ ਲਓ, ਪਰ ਮੇਰੀ ਕਲਾਸ 'ਚ ਨਹੀਂ ਕਰ ਸਕਦਾ, ਮੇਰੀ ਸਕੂਲ ਦੇ ਵਿੱਚ ਨਹੀਂ ਕਰ ਸਕਦਾ, ਯੂਨੀਵਰਸਿਟੀ ਦੇ ਵਿੱਚ ਇਹ ਨਹੀਂ ਕਰ ਸਕਦੇ ਤੁਸੀਂ। ਇਹੋ ਜਿਹਾ ਕੰਟਰੋਲ ਇੰਸਟਾਗ੍ਰਾਮ ਨੇ ਹੁਣ ਪੇਰੈਂਟਸ ਲਈ ਇਹ ਸੌਫਟਵੇਅਰ ਡਿਵੈਲਪ ਕਰ ਦਿੱਤਾ ਕਿ ਕਮ ਸੇ ਕਮ, ਪਰ ਪੇਰੈਂਟਸ ਨੂੰ ਤਾਂ ਹੀ ਕੰਟਰੋਲ ਕਰਨਗੇ ਜੇ ਉਹਨਾਂ ਨੂੰ ਪਤਾ ਹੋਵੇ ਕਿ ਇਹ ਮੈਂਟਲ ਬਿਮਾਰੀ ਆ। ਹਾਂਜੀ, ਜੇ ਪੇਰੈਂਟਸ ਇਸ ਗੱਲ ਤੇ ਖੁਸ਼ ਆ ਕਿ ਚਲੋ ਮੈਨੂੰ ਇਹਨਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਪੈਂਦੀਆਂ, ਇਹ ਆਰਾਮ ਨਾਲ ਲੱਗਾ ਆ ਆਪਣੇ ਆਪ। ਮੈਂ ਪਹਿਲੀ ਪੀੜ੍ਹੀ ਦੇਖੀ ਆ ਕਿ ਜਦੋਂ ਪੇਰੈਂਟਸ ਆਉਂਦੇ ਸਾਦੇ, ਤੁਸੀਂ ਉਹਨਾਂ ਦੇ ਨਾਲ ਬੱਚੇ ਆਉਂਦੇ ਨਾ, ਪਹਿਲੀ ਗੱਲ ਉਹ ਪੁੱਛਦੇ ਆ ਕਿ ਤੁਹਾਡਾ ਪਾਸਵਰਡ ਕੀ ਹੈ ਤੁਹਾਡੇ। ਹਾਂਜੀ, ਸਤਿ ਸ੍ਰੀ ਅਕਾਲ ਬੁਲਾਉਣ ਤੋਂ ਪਹਿਲਾਂ ਇਹ ਪੁੱਛਦੇ ਆ ਕਿ ਪਾਸਵਰਡ ਕੀ ਹੈ ਤੁਹਾਡਾ। ਹਾਂਜੀ, ਵਾਈਫਾਈ ਤੇ ਉਹਨਾਂ ਨੇ ਲਾਉਣੀ ਹੁੰਦੀ ਹੈ, ਗੇਮਾਂ ਖੇਲਣੀਆਂ ਹੁੰਦੀਆਂ। ਹਾਂਜੀ, ਤੇ ਉਹ ਬਹਿ ਜਾਣਗੇ, ਉਹ ਪੇਰੈਂਟਸ ਸ਼ਾਇਦ ਤੁਹਾਡੇ ਨਾਲ ਗੱਲ ਕਰਨੀ, ਉਹਨਾਂ ਦੇ ਵੀ ਫੋਨ ਆਉਂਦੇ ਰਹਿੰਦੇ ਆ, ਉਹ ਜੁਦੀ ਗੱਲ ਹੈ, ਪਰ ਉਹਨਾਂ ਨੇ ਬੱਚਿਆਂ ਦੇ ਆ ਕੇ ਉਹਨੂੰ ਪੁੱਛਦੇ ਆ ਵੀ ਤੁਸੀਂ ਕੁਝ ਪੀਣਾ, ਠੰਡਾ ਪੀਣਾ, ਤੱਤਾ ਪੀਣਾ, ਉਹ ਤੁਹਾਡੀ ਗੱਲ ਸੁਣਨਗੇ ਤਾਂ ਜਵਾਬ ਦੇਣਗੇ। ਉਹ ਤਾਂ ਬਿਜ਼ੀ ਹੈਗੇ ਆਪਣੀ ਗੇਮ ਖੇਲਣ 'ਚ, ਆਪਣੇ ਇੰਸਟਾਗ੍ਰਾਮ ਤੇ ਗੱਲਾਂ ਕਰਨ ਲਈ, ਜੋ ਵੀ ਇੰਸਟਾਗ੍ਰਾਮ ਤੇ ਆ ਰਹੀਆਂ ਉਹਨਾਂ ਦੇ ਤਰ੍ਹਾਂ ਦਾ ਸਮਾਨ ਭੇਜਦੇ ਆ ਇੰਸਟਾਗ੍ਰਾਮ ਤੇ। ਟਿਕਟੌਕ ਲਾਇਆ, ਕਿਸੇ ਨੇ ਫੇਸਬੁੱਕ ਲਾਈ ਹੈ, ਹਰ ਇੱਕ ਤਰ੍ਹਾਂ ਦਾ, ਮਤਲਬ ਰਿਐਲਿਟੀ ਤੋਂ ਲੱਖਾਂ ਕੋਹਾਂ ਦੂਰ। ਕਈਆਂ ਨੇ ਇਹਨਾਂ ਨੂੰ ਐਡਿਕਸ਼ਨ ਬਣਾਇਆ ਹੁੰਦਾ, ਜਦੋਂ ਤੱਕ ਉਹ ਸਕਰੋਲ ਅਪ ਐਂਡ ਡਾਊਨ ਨਾ ਕਰਨ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ 'ਚ ਨਾ ਕੁਝ ਮਿਸਿੰਗ ਆ, ਚਾਹੇ ਉਹਨਾਂ ਨੇ ਕੁਝ ਨਾ ਵੀ ਕਰਨਾ ਹੋਵੇ ਤਾਂ ਵੀ ਜਿੱਦਾਂ ਸਕਰੋਲ ਅਪ ਐਂਡ ਡਾਊਨ ਕਰਦੇ ਰਹਿੰਦੇ, ਚਾਹੇ ਇੰਸਟਾਗ੍ਰਾਮ ਹੋਏ, ਟਿਕਟੌਕ ਹੋਏ ਜਾਂ ਫਿਰ ਹੋਰ ਸੋਸ਼ਲ ਮੀਡੀਆ ਹੈਂਡਲਸ ਹੋਣ। ਤਾਂ ਹੀ ਉਹਨਾਂ ਨੇ ਕਿਹਾ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਕਿ ਇੱਕ ਬਿਮਾਰੀ ਆ ਐਕਚੁਅਲੀ। ਤੁਸੀਂ ਜੇ ਹੁਣ ਅਸੀਂ ਡਿਪਰੈਸ਼ਨ 'ਚ ਕੋਈ ਚਲ ਜਾਂਦਾ, ਕੋਈ ਮੈਂਟਲ ਬਿਮਾਰੀ ਹੋ ਜਾਂਦੀ, ਉਹਦਾ ਇਲਾਜ ਕਰਾਉਂਦੇ ਲੋਕੀ। ਹਾਂਜੀ, ਪਰ ਇਹਦਾ ਵੀ ਇਲਾਜ ਆ। ਇਹਦਾ ਇਲਾਜ ਇਹ ਆ ਕਿ ਉਹਨਾਂ ਨੂੰ ਇੰਸਟਾਗ੍ਰਾਮ ਤੋਂ ਪਰੇ ਲਿਜਾਓ, ਉਹਨਾਂ ਨੂੰ ਗੇਮਸ ਤੋਂ ਪਰੇ ਲਿਜਾਓ, ਤਾਂ ਕਿ ਬੱਚੇ ਜਿਹੜੇ ਆ ਸਾਡੇ ਬਾਹਰ ਜਾ ਕੇ ਖੇਲਣ। ਬਸ ਹੁਣ ਤੁਸੀਂ ਦੇਖੋ ਨਾ, ਬਾਹਰ ਬੱਚੇ ਘੱਟ ਖੇਲਦੇ ਆ, ਆਊਟਡੋਰ ਐਕਟੀਵਿਟੀਜ਼ 'ਚ ਕਾਫੀ ਜ਼ਿਆਦਾ ਉਹਨਾਂ ਦੀ ਪਾਰਟਿਸਿਪੇਸ਼ਨ ਘਟੀ ਆ। ਇੱਕ ਤਾਂ ਉਹ ਫਿਜ਼ੀਕਲੀ ਕਮਜ਼ੋਰ ਆ ਜਿਹੜਾ ਬਾਹਰ ਨਹੀਂ ਖੇਲਦਾ ਬੱਚਾ, ਦੂਸਰਾ ਉਹ ਮੈਂਟਲੀ ਜਿਹੜਾ ਉਹ ਪੜ੍ਹਾਈ ਤੇ ਉਹਨੂੰ ਕਨਸੈਂਟਰੇਟ ਕਰਨਾ ਚਾਹੀਦਾ। ਪੜ੍ਹਾਈ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਬੰਦਾ, ਕਿ ਦਿਮਾਗ ਤਾਂ ਉਹ ਕਹਿੰਦੇ ਕਿ ਸਾਰਿਆਂ ਦਾ ਬਰਾਬਰ ਹੀ ਆ, ਕੋਈ ਦਿਮਾਗ ਛੋਟਾ ਵੱਡਾ ਨਹੀਂ ਹੁੰਦਾ। ਦਿਮਾਗ ਅਸੀਂ ਕਿੰਨਾ ਕੁ ਵਰਤਦੇ ਹਾਂ ਇਹ ਜ਼ਰੂਰੀ ਆ। ਕਿ ਐਲਬਰਟ ਆਇਨਸਟਾਈਨ ਵਰਗੇ ਹੋ ਸਕਦਾ 70% ਵਰਤਦੇ ਹੋਣਗੇ, ਤੇ ਸਾਡੇ ਵਰਗੇ 3% ਵਰਤਦੇ ਹੋਣਗੇ, ਕਈ ਇਹ ਵੀ ਹੋਣੇ ਜਿਹੜੇ 0% ਹੀ ਵਰਤਦੇ ਆ। ਤੇ ਉਹਨਾਂ ਦੇ ਵਿੱਚੋਂ ਹੁਣ ਦਿਮਾਗੀ ਬਿਮਾਰੀ ਜਿਹੜੀ ਆ,
ਉਹਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ। ਜੇ ਤੁਸੀਂ ਕਲਾਸ ਦੇ ਵਿੱਚ ਵੀ ਬੈਠੇ ਇਹੀ ਸੋਚਦੇ ਆ ਵੀ ਜਦੋਂ ਕਲਾਸ ਖਤਮ ਹੋਈ ਤਾਂ ਪਤਾ ਨਹੀਂ ਇੰਸਟਾਗ੍ਰਾਮ ਤੇ ਕੀ ਆਇਆ ਹੈ ਹੁਣ, ਜਾਂ ਜਿਹੜੇ ਇੰਸਟਾਗ੍ਰਾਮ ਤੇ ਪਹਿਲਾਂ ਚੀਜ਼ਾਂ ਕਰਦੇ ਆਏ ਆ ਉਹਦੇ ਬਾਰੇ ਸੋਚਦੇ ਆ। ਸੋ ਇਹ ਅਟੈਂਸ਼ਨ ਨਹੀਂ ਪੇ ਕਰਦਾ ਉੱਥੇ ਬੱਚਾ। ਹਾਂਜੀ, ਧਿਆਨ ਜਿਹੜਾ ਹੈਗਾ ਡਾਇਵਰਟ ਹੋਇਆ ਹੁੰਦਾ, ਧਿਆਨ ਉਹਨਾਂ ਦਾ ਡਿਵਰਟ ਹੋਇਆ। ਸੋਸ਼ਲ ਲਾਈਫ ਦੇ ਵਿੱਚ ਵੈਸੇ ਹੀ ਡਿਵਰਟ ਹੋ ਜਾਂਦਾ ਹੈ ਕਿ ਤੁਹਾਨੂੰ ਪਤਾ ਹੀ ਨਹੀਂ ਘਰ। ਤੁਸੀਂ ਇਮੇਜਿਨ ਕਰੋ ਜਿਹੜੇ ਹੁਣ ਜਿਨ੍ਹਾਂ ਦੇ ਤਾਂ ਬਹੁਤ ਹੀ ਵੱਡੇ ਘਰ ਆ, ਉਹ ਚਲੋ ਉਹਨਾਂ ਦੀ ਆਵਾਜ਼ ਨਾ ਸੁਣਦੀ ਹੋਵੇ ਸ਼ਾਇਦ, ਜਿਹਦੇ ਐਵਰੇਜ ਜਿਹਾ ਘਰ ਆ, ਜੇ ਤੁਸੀਂ ਜ਼ੋਰ ਨਾਲ ਬੋਲੋਗੇ ਤਾਂ ਦੂਸਰੇ ਬੰਦੇ ਨੂੰ ਸੁਣ ਪੈਂਦਾ। ਹਾਂਜੀ, ਇੱਥੇ ਕੈਨੇਡਾ ਦੇ ਵਿੱਚ ਤਾਂ ਖਾਸ ਤੌਰ ਤੇ ਕਿਉਂਕਿ ਲੱਕੜ ਦੇ ਬਣੇ ਆ ਘਰ, ਜੇ ਮਾੜਾ ਜਿਹਾ ਤੁਰਦੇ ਵੀ ਆ ਤਾਂ ਵੀ ਪਤਾ ਲੱਗ ਜਾਂਦਾ। ਉੱਥੇ ਬੱਚੇ ਇੱਕ ਦੂਸਰੇ ਨੂੰ ਮੈਸੇਜ ਭੇਜਦੇ ਆ ਜਾਂ ਪੇਰੈਂਟਸ ਨੂੰ ਮੈਸੇਜ ਭੇਜਦੇ ਆ। ਐਕਚੁਅਲੀ ਸੇਮ ਲਿਵਿੰਗ ਰੂਮ ਜਾਂ ਫੈਮਿਲੀ ਰੂਮ 'ਚ ਬੈਠੇ ਵੀ ਇੱਕ ਦੂਸਰੇ ਨੂੰ ਕਈ ਲੋਕ ਮੈਸੇਜ ਦੀ ਗੱਲਬਾਤ ਕਰਦੇ ਹੁੰਦੇ ਆ। ਐਗਜ਼ੈਕਟਲੀ, ਮੇਰੇ ਬਿਲਕੁਲ ਸਾਹਮਣੇ ਘਰ ਦੇ ਹੈਗਾ ਤਾਂ ਗੋਰਿਆਂ ਦਾ ਘਰ ਆ ਵੈਸੇ, ਉਹਦੇ ਬੇਸਮੈਂਟ ਦੇ ਵਿੱਚ ਇੱਕ ਮੁੰਡਾ ਕੁੜੀ ਰਹਿੰਦੇ ਆ। ਉਹ ਮੁੰਡਾ ਮੋਹਰੇ ਤੁਰਿਆ ਆਉਂਦਾ, ਲੜਕੀ ਥੋੜੀ ਜਿਹੀ 4 ਜਾਂ 5 ਫੁੱਟ ਪਿੱਛੇ ਹੋਣੀ ਆ, ਤਾਂ ਦੋਏ ਇੱਕ ਦੂਜੇ ਨਾ ਉਹਨਾਂ ਦੇ ਕੋਲ ਟੈਕਸਟ ਮੈਸੇਜ ਕਰਦੇ ਆ। ਆਈਫੋਨ ਫੜੇ ਉਹ ਦੋਹਾਂ ਨੇ। ਮੈਂ ਉਹਨੂੰ ਹੱਸਣ ਲੱਗ ਪਿਆ, ਮੈਂ ਕਿਉਂਕਿ ਮੈਨੂੰ ਜਾਣਦਾ ਗੁਆਂਢੀ ਕਰਕੇ, ਮੈਂ ਕਿਹਾ ਤੁਸੀਂ ਇੱਕ ਦੂਜੇ ਨਾਲ ਗੱਲ ਹੀ ਕਰ ਲਓ। ਕਹਿੰਦਾ ਫਿਰ ਗੱਲ ਕਰਨ ਲੱਗ ਪਏ, ਹੋ ਸਕਦਾ ਲੜ ਪਈਏ। ਟੈਕਸਟ ਤੇ ਜੇ ਕਿਸੇ ਨੂੰ ਕਮ ਸੇ ਕਮ ਜਦੋਂ ਲਿਖਣ ਲੱਗਦੇ ਆ ਫਿਰ ਕਹਿੰਦਾ ਅਸੀਂ ਸੋਚ ਕੇ ਲਿਖਦੇ ਆ। ਸੋ ਅਸੀਂ ਨਾਲ ਲੜਨ ਦਾ ਇਹ ਢੰਗ ਲੱਭਿਆ ਹੈ। ਐਕਚੁਅਲੀ ਜਿੱਦਾਂ ਟੈਕਸਟ ਮੈਸੇजेस ਦੀ ਤੁਸੀਂ ਗੱਲ ਕੀਤੀ ਹੈ ਨਾ, ਇਹ ਮੈਂ ਵੀ ਇੱਕ ਆਰਟੀਕਲ ਪੜ੍ਹਿਆ ਸੀ। ਉਹ ਕਹਿੰਦੇ ਨਾ ਵੀ ਜਿਹੜੇ ਟੈਕਸਟ ਮੈਸੇਜ ਆ, ਇਹਨੇ ਜਿਹੜਾ ਸਾਡਾ ਗੱਲਬਾਤ ਇੱਕ ਦੂਜੇ ਨਾਲ ਕਰਨ ਦਾ ਜਿਹੜਾ ਸਿਲਸਿਲਾ ਜਾਂ ਫਿਰ ਜਿਹੜੀ ਸਾਡੀ ਸਾਂਝ ਆ ਖਤਮ ਕੀਤੀ ਹੈ। ਇੱਕ ਤਾਂ ਦੇਖੋ ਟੈਕਸਟ ਮੈਸੇਜ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜਾ ਬੰਦਾ ਟੈਕਸਟ ਕਰ ਰਿਹਾ ਉਸ ਵਕਤ ਉਹ ਗੁੱਸੇ ਵਿੱਚ ਆ, ਉਹ ਸਾਡੀ ਕਿਸੇ ਗੱਲ ਨੂੰ ਲੈ ਕੇ ਜੇ ਅਸੀਂ ਕਿਸੇ ਤੋਂ ਕੁਝ ਪੁੱਛਦੇ ਆ, ਜੇ ਤਾਂ ਆਪਾਂ ਹੁਣ ਦੋਨੋਂ ਆਪਸ 'ਚ ਗੱਲਬਾਤ ਕਰ ਰਹੇ ਆ, ਸਾਨੂੰ ਪਤਾ ਇੱਕ ਦੂਸਰੇ ਬਾਰੇ ਕਿ ਅਸੀਂ ਆਈ ਕਾਂਟੈਕਟ ਆ, ਸਾਹਮਣੇ ਗੱਲਬਾਤ ਕਰ ਰਹੇ, ਇੰਟਰੈਕਸ਼ਨ ਕਰ ਰਹੇ ਆ ਕਿ ਮੈਂ ਕਿਸ ਤਰੀਕੇ ਦੇ ਨਾਲ ਜਵਾਬ ਦੇਣਾ। ਪਰ ਜਦੋਂ ਕਿ ਬੰਦਾ ਟੈਕਸਟਿੰਗ ਤੇ ਗੱਲ ਕਰਦਾ ਨਾ, ਜੇ ਕੋਈ ਬੰਦਾ ਗੁੱਸੇ 'ਚ ਵੀ ਹੋਵੇ ਨਾ, ਟਾਈਪ ਕਰਨਾ ਦੂਸਰੇ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਉਹ ਤੁਹਾਡੇ ਨਾਲ ਗੁੱਸੇ 'ਚ ਕਰ ਰਿਹਾ ਜਾਂ ਤੁਹਾਡੇ ਨਾਲ ਨਾਈਸਲੀ ਕਰ ਰਿਹਾ। ਸੋ ਇੰਸਟਾਗ੍ਰਾਮ ਦੇ ਤੁਸੀਂ ਇਹ ਕਹਿ ਸਕਦੇ ਕਿ ਚੰਗੀ ਗੱਲ ਹੈ ਉਹ, ਪਰ ਉਹਦੇ ਬਾਰੇ ਵੀ ਜੇ ਪੇਰੈਂਟਸ ਤਾਂ ਹੀ ਕੰਟਰੋਲ ਕਰਨਗੇ ਜੇ ਉਹਨਾਂ ਨੂੰ ਪਤਾ ਹੋਵੇ। ਹਾਂਜੀ ਹਾਂਜੀ, ਸੋ ਉਹ ਜਾਣਕਾਰੀ ਉਹਨਾਂ ਦੇ ਕੋਲ ਜ਼ਰੂਰ ਹੋਣੀ ਚਾਹੀਦੀ ਜੀ। ਇਸੇ ਕਰਕੇ ਉਹਨਾਂ ਨੇ ਫੈਮਿਲੀ ਸੈਂਟਰ ਦਾ ਇਹ ਜਿਹੜਾ ਟੂਲ ਹੈਗਾ ਇਹ ਲੈ ਕੇ ਆਂਦਾ, ਸੋ ਡੈਟ ਕਿ ਜਿਹੜੇ ਪੇਰੈਂਟਸ ਹੈਗੇ ਆ ਉਹ ਬੱਚਿਆਂ ਦੀਆਂ ਐਕਟੀਵਿਟੀਜ਼ ਤੇ ਨਿਗਾਹ ਰੱਖਣ ਤੇ ਜਿਹੜੇ ਬੱਚੇ ਥੋੜਾ ਗਲਤ ਰਸਤੇ ਤੇ ਵੀ ਨਾ ਜਾਣ, ਕਿਉਂਕਿ ਕਾਫੀ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਜਿਹੜੇ ਬਹੁਤ ਯੰਗ ਬੱਚੇ ਹੈਗੇ ਆ ਉਹ ਕਈ ਤਰ੍ਹਾਂ ਦੀਆਂ ਗਲਤ ਐਕਟੀਵਿਟੀਜ਼ ਦਾ ਸ਼ਿਕਾਰ ਵੀ ਹੋਏ ਆ। ਡਾਕਟਰ ਸਾਹਿਬ, ਹੁਣ ਟਾਈਮ ਹੋ ਚੁੱਕਿਆ ਅੱਜ ਦੇ ਵਿਚਾਰ ਦਾ। ਅੱਜ ਦਾ ਵਿਚਾਰ ਇੱਕ ਅਫਰੀਕਾ ਦੀ ਕਹਾਵਤ ਹੈ ਕਿ ਸ਼ੇਰਾਂ ਦੀ ਬਹਾਦਰੀ ਦੇ ਕਿੱਸੇ ਉਹਨਾਂ ਚਿਰ ਨਹੀਂ ਲਿਖਣੇ ਜਿੰਨਾ ਚਿਰ ਇਤਿਹਾਸ ਲਿਖਣ ਵਾਲੇ ਸ਼ਿਕਾਰੀ ਆ। ਜੀ ਬਿਲਕੁਲ, ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਆਪ ਸਭ ਨਾਲ ਸਾਡੀ ਮੁਲਾਕਾਤ ਹੋਊਗੀ ਜੀ ਕੱਲ ਨੂੰ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।